ਨਾਲ ਜੋ ਸੰਤ ਹਨ, ਇਹੀ ਅਭੱਗ ਨਾਸ ਤੋਂ ਰਹਿਤ ਪਾਰਖਾਂ ਦੀ ਸਭਾ ਹੈ। ਆਰਤੀ ਕੀਰਤਨ ਸਦਾ ਆਨੰਦ, ਮਹਿਮਾ ਸੁੰਦਰ ਸਦਾ ਬੇਅੰਤ। ਜੋ ਕੀਰਤਨ ਦਾ ਸਦਾ ਆਨੰਦ ਹੋ ਰਿਹਾ, ਇਹ ਆਰਤੀ ਹੈ। ਉਸ ਸਾਲਗ੍ਰਾਮ ਦੀ ਮਹਿਮਾ ਸੁੰਦਰ ਹੈ ਅਤੇ ਸਦਾ ਹੀ ਬੇਅੰਤ ਹੈ। ਜਿਸੈ ਪ੍ਰਾਪਤ ਤਿਸ ਹੀ ਲਹਿਣਾ, ਸੰਤ ਚਰਨ ਆਇਓ ਸਰਨਾ। ਹੁਣ ਜਿਹਦੇ ਮੱਥੇ ਤੇ ਸ਼ੁਭ ਲਹਿਣਾ ਲੇਖ ਲਿਖੇ ਹੋਏ ਨੇ, ਉਹ ਪੁਰਸ਼ ਸੰਤਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ। ਜੋ ਸ਼ਰਨ ਵਿੱਚ ਆਇਆ ਸੋ ਉਸ ਪਰਮੇਸ਼ਰ ਨੂੰ ਪ੍ਰਾਪਤ ਹੁੰਦਾ। ਫਿਰ ਉਹ ਜੋ ਸ਼ਰਨ ਵਿੱਚ ਆ ਜਾਂਦਾ, ਬਹੁਤ ਔਖਾ ਹੈ, ਭਾਗਾਂ ਨਾਲ ਹੀ ਇੱਥੇ ਤੱਕ ਪਹੁੰਚਦਾ। ਮਾਇਆ ਦਾ ਪ੍ਰਭਾਵ ਹੋਣ ਕਰਕੇ ਇੱਥੇ ਤੱਕ ਜੀਵ ਪਹੁੰਚ ਨਹੀਂ ਸਕਦਾ, ਕਿਉਂਕਿ ਉਹਦੇ ਮਨ ਦੇ ਖਿਆਲਾਤ ਸ਼ੁਭ ਨਹੀਂ ਬਣਦੇ। ਮਾਇਆ ਦੇ ਪ੍ਰਭਾਵ ਕਰਕੇ ਉਹਦੇ ਖਿਆਲਾਤ ਹਮੇਸ਼ਾ ਪੁੱਠੇ ਹੀ ਚੱਲ ਪੈਂਦੇ ਨੇ। ਹਾਥ ਚੜਿਓ ਹਰ ਸਾਲ ਗਿਰਾਮ, ਕਹੋ ਨਾਨਕ ਗੁਰ ਕੀਨੋ ਦਾਨ। ਗਿਰਾਮ ਹੁੰਦਾ ਸਮੂਹ ਵਿਖੇ ਜਿਸ ਦਾ ਸਾਲ ਤੋਂ ਭਾਵ ਘਰ ਹੈ। ਉਹ ਵਾਹਿਗੁਰੂ ਉਦੋਂ ਮਨ ਰੂਪੀ ਹੱਥ ਵਿੱਚ ਚੜ੍ਹਿਆ, ਪ੍ਰਾਪਤ ਹੋਇਆ ਜਦ ਗੁਰਾਂ ਨੇ ਮੈਨੂੰ ਨਾਮਦਾਨ ਬਖਸ਼ਿਆ। ਨਾਮਦਾਨ ਦੀ ਕਿਰਪਾ ਹੋਈ, ਪ੍ਰਕਾਸ਼ ਹੋਇਆ, ਤਾਂ ਮੈਨੂੰ ਉਹਦੇ ਦਰਸ਼ਨ ਹੋਏ। ਆਸਾ ਮਹੱਲਾ ਪੰਜਵਾ। ਪੰਚਪਦਾ। ਪੰਚਪਦਾ ਦੇ ਥੱਲੇ ਛੋਟਾ ਜਿਹਾ ਏਕਾ ਲੱਗਿਆ ਹੋਇਆ। ਇਹਦਾ ਮਤਲਬ ਇਹ ਪੰਚਪਦੇ ਦਾ ਇੱਕੋ ਹੀ ਸ਼ਬਦ ਹੈ ਬਸ। ਆਸਾ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਫਰਮਾਉਂਦੇ ਆਸਾ ਰਾਗ ਦੇ ਵਿੱਚ, ਸੋ ਜਮ ਦੇ ਰਸਤੇ ਵਿੱਚ ਸੰਤ ਜਾਂਦੇ ਹਨ ਕਿ ਨਹੀਂ, ਉੱਤਰ ਦਿੰਦਿਆਂ ਫਰਮਾਉਂਦੇ ਨੇ, ਜੇ ਪੈਂਡੈ ਲੂਟੀ ਪਨਿਹਾਰੀ, ਸੋ ਮਾਰਗ ਸੰਤਨ ਦੂਰਾਰੀ। ਜਿਸ ਜਮ ਰਸਤੇ ਵਿੱਚ ਪਦਾਰਥ ਸਕਾਮ ਰੂਪ ਕਰਮਾ ਰੂਪੀ ਜਲ ਦੇ ਭਰਨ ਵਾਲੀ ਜੀਵ ਰੂਪੀ ਇਸਤਰੀ ਲੁੱਟੀ ਜਾਂਦੀ ਹੈ, ਸੋ ਮਾਰਗ ਜਿਹੜਾ ਨਾ, ਉਸ ਜਮ ਰਸਤਾ ਜਿਹੜਾ ਸੰਤਾਂ ਤੋਂ ਦੂਰ ਹੀ ਰਹਿ ਜਾਂਦਾ। ਜਿਸ ਰਸਤੇ ਉੱਤੇ ਪਦਾਰਥਾਂ ਜਾਂ ਸਕਾਮ ਕਰਮ ਰੂਪੀ ਜਲ ਦੇ ਭਰਨ ਵਾਲੀ ਜੀਵ ਰੂਪੀ ਇਸਤਰੀ ਲੁੱਟੀ ਜਾਂਦੀ ਹੈ, ਲੁੱਟੀ ਹੋ ਜਾਂਦੀ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ। ਜਦੋਂ ਇੱਥੋਂ ਜੀਵ ਪੁੰਨ ਕਰਕੇ ਬਹੁਤ ਪੁੰਨਾਂ ਦੀਆਂ ਪੰਡਾਂ ਭਾਵੇਂ ਬੰਨ੍ਹ ਕੇ ਲੈ ਜਾਵੇ, ਰਸਤੇ ਦੇ ਵਿੱਚ ਜਦੋਂ ਉਹਨੂੰ ਪਿਆਸ ਲੱਗਦੀ, ਕਹਿੰਦੇ ਪਾਣੀ ਦੀ ਪਿਆਸ, ਪਾਣੀ ਦੇ ਬਦਲੇ ਜਮਦੂਤ ਇੱਕ ਪੁੰਨ ਛਡਾ ਲੈਂਦੇ ਨੇ, ਰੋਟੀ ਦੇ ਬਦਲੇ ਫਿਰ ਇੱਕ ਪੁੰਨ ਛਡਾ ਲੈਂਦੇ ਨੇ। ਉਹ ਜਦੋਂ ਤੱਕ ਉੱਥੇ ਪਹੁੰਚਦਾ, ਉਦੋਂ ਤੱਕ ਕਿੰਨੇ ਹੀ ਪੁੰਨ ਦੇ ਖਤਮ ਹੋ ਜਾਂਦੇ ਨੇ। ਕਹਿੰਦੇ ਪਰ ਨਾਮ ਜਪਣ ਵਾਲਿਆਂ ਨੂੰ ਇਹ ਜਿਹੜਾ ਰਸਤਾ ਦੂਰ ਹੀ ਹੈ। ਨਾਮ ਜਪਣ ਵਾਲੇ ਨੂੰ ਰਾਹ 'ਚ ਨਹੀਂ ਕੋਈ ਲੁੱਟ ਸਕਦਾ। ਨਾਮ ਜਪਣ ਵਾਲੇ ਨੂੰ ਸਭ ਕੁਝ ਮਿਲ ਜਾਂਦਾ। ਸਤਿਗੁਰ ਪੂਰੈ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਥੀ, ਜਮ ਕਾ ਮਾਰਗ ਦੂਰ ਰਹਿਆ। ਰਹਾਉ। ਪੂਰੇ ਸਤਿਗੁਰਾਂ ਨੇ ਸੱਚ ਕਿਹਾ ਕਿ ਪਰਮੇਸ਼ਰ, ਜਿਹੜੇ ਇਨਸਾਨ ਤੇਰੇ ਨਾਮ ਦੀ ਬੀਥੀ ਹੁੰਦੀ ਗਲੀ ਵਿੱਚ ਵੜਿਆ, ਜਿਹੜਾ ਵੀ, ਉਹ ਮੁਕਤ ਹੋ ਗਿਆ। ਉਸ ਪਾਸੋਂ ਜਮਾਂ ਦਾ ਰਾਹ ਦੂਰ ਰਿਹਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੈ ਲਾਲਚ ਜਾਗਾਤੀ ਘਾਟ, ਦੂਰ ਰਹੇ ਉਹ ਜਨ ਤੇ ਬਾਟ। ਸੋ ਜਿਸ ਘਾਟ ਤੋਂ ਭਾਵ ਵੈਤਰਨੀ ਨਦੀ ਉੱਤੇ ਜਮ ਰੂਪੀ ਜਾਗਾਤੀ ਮਸੂਲੀਏ ਬੜੇ ਲਾਲਚੀ ਨੇ, ਉਹ ਵੈਤਰਨੀ ਨਦੀ ਦੀ ਬਾਟ ਗੁਰਮੁਖ ਜਨਾਂ ਤੋਂ ਦੂਰ ਹੀ ਰਹੀ ਹੈ। ਜਹ ਆਵਟੇ ਬਹੁਤ ਕਨ ਸਾਥ, ਪਾਰ ਬ੍ਰਹਮ ਕੇ ਸੰਗੀ ਸਾਧ। ਸੋ ਜਿਸ ਜਮ ਰਸਤੇ ਵਿੱਚ ਬਹੁਤੇ ਸ਼ਕਾਮ ਕਰਮਾਂ ਦੇ ਕਰਨ ਵਾਲੇ ਪੁਰਸ਼ ਘਨ ਸਾਥ, ਕਣ ਹੁੰਦੇ ਨੇ ਬਹੁਤੇ ਸਾਥਾਂ ਦੇ ਸਾਥ ਹੀ ਆਵਟੇ। ਆਵਟੇ ਹੁੰਦੇ ਤਪਾਏ ਜਾਂਦੇ, ਦੁਖੀ ਕੀਤੇ ਜਾਂਦੇ ਆ। ਸੋ ਆਵਟਣ ਆਪੇ ਖਵੈ ਦੁੱਧ ਕੋ ਖਪਣ ਨਾ ਦੇ। ਪਾਣੀ ਸੋ ਦੁੱਧ ਉਬਾਲਦੇ ਆ, ਦੁੱਧ ਨੂੰ ਜਿਹੜੇ ਉਬਾਲੇ ਜੇ ਆਉਂਦੇ ਨੇ, ਇਹਨੂੰ ਆਵਟਣ ਵੀ ਕਹਿੰਦੇ ਨੇ। ਸੋ ਇਸ ਪ੍ਰਕਾਰ ਕਹਿੰਦੇ ਇਹਨਾਂ ਨੂੰ ਚੰਗੀ ਤਰ੍ਹਾਂ ਉੱਥੇ ਤਪਾਇਆ ਜਾਂਦਾ ਬੰਦਿਆਂ ਨੂੰ। ਸੋ ਲੁੱਟੀ ਦੇ ਹਨ, ਉਹ ਰਸਤੇ 'ਚ ਗੁਰਮੁਖ ਨਹੀਂ ਜਾਂਦੇ, ਕਿਉਂਕਿ ਸਾਧ ਹੁੰਦਾ ਸ੍ਰੇਸ਼ਟ। ਸੋ ਸ੍ਰੇਸ਼ਟ ਗੁਰਮੁਖ ਪਾਰ ਬ੍ਰਹਮ ਦੇ ਸੰਗੀ ਹੋਣ ਕਰਕੇ ਉਸ ਰਸਤੇ ਉੱਤੇ ਲਿਜਾਏ ਨਹੀਂ ਜਾਂਦੇ। ਇਹ ਸਰੀਰ ਦੇ ਛੱਡਣ ਤੋਂ ਬਾਅਦ ਪਰਲੋਕ ਦੀਆਂ ਗੱਲਾਂ ਨੂੰ ਮਨੁੱਖ ਨਹੀਂ ਜਾਣ ਸਕਦਾ, ਸਤਿਗੁਰੂ ਦੱਸਦੇ ਨੇ, ਕਿਉਂਕਿ ਸਤਿਗੁਰੂ ਲੋਕ ਪਰਲੋਕ ਦੇ ਮਾਲਕ ਨੇ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕਉ ਦ੍ਰਿਸ਼ਟ ਨਾ ਪੇਖਾ। ਜਿਹੜੇ ਚਿੱਤਰਗੁਪਤ ਸਾਰੇ ਜੀਵਾਂ ਦਾ ਲੇਖਾ ਲਿਖਦੇ ਆ, ਉਹ ਪਰਮੇਸ਼ਰ ਦੇ ਭਗਤ ਜਿਨ੍ਹਾਂ ਨੂੰ ਦ੍ਰਿਸ਼ਟੀ ਭਰ ਕੇ ਦੇਖਦੇ ਤੱਕ ਨਹੀਂ, ਉੱਧਰ ਨਹੀਂ ਕਹਿੰਦੇ ਜਾਣਾ, ਉਹਨਾਂ ਦਾ ਲੇਖਾ ਲਿਖਣਾ ਹੀ ਨਹੀਂ ਅਸੀਂ, ਕਿਉਂਕਿ ਉਹ ਨਾਮ ਜਪਦੇ ਨੇ। ਨਾਮ ਜਪਣ ਵਾਲਿਆਂ ਦਾ ਕਾਹਦਾ ਲੇਖਾ। ਕਹੋ ਨਾਨਕ ਜਿਸ ਸਤਿਗੁਰ ਪੂਰਾ, ਵਾਜੈ ਤਾ ਕੈ ਅਨਹਦ ਤੂਰਾ। ਮਹਾਰਾਜ ਕਥਨ ਕਰਦੇ ਨੇ, ਜਿਹਨੂੰ ਪੂਰਾ ਸਤਿਗੁਰੂ ਮਿਲਿਆ ਨਾ, ਉਸ ਦੇ ਅਨਹਦ ਹੁੰਦਾ ਇੱਕ ਰਸ ਜਸ ਰੂਪੀ ਤੂਰਾ ਜਿਹੜੇ ਆ, ਉਹ ਵਾਜੇ ਵੱਜੇ ਨੇ, ਜਸ ਹੋ ਗਿਆ ਦੁਨੀਆ 'ਚ, ਜਸ ਫੈਲ ਗਿਆ। ਆਸਾ ਮਹੱਲਾ ਪੰਜਵਾ।
ਦੁਪਦਾ ਇੱਕ। ਇੱਥੇ ਦੁਪਦਾ ਪਹਿਲਾਂ ਨਹੀਂ ਕਹਿਣਾ, ਕਿਉਂਕਿ ਇਹ ਪਾਠ ਕਈ ਗਲਤ ਕਹੇ। ਦੁਪਦਾ ਇੱਕ ਇਹ ਪਹਿਲਾਂ ਆਇਆ ਸੀ, ਪੰਚਪਦੇ ਦੇ ਥੱਲੇ ਛੋਟਾ ਜਿਹਾ ਏਕਾ ਲੱਗਿਆ ਹੋਇਆ ਸੀ, ਉਹਦਾ ਮਤਲਬ ਸੀ ਇੱਕ ਸ਼ਬਦ ਆਊਗਾ। ਦੁਪਦਾ ਦੇ ਸਾਹਮਣੇ ਹੀ ਵੱਡਾ ਏਕਾ ਲਾਇਆ, ਦੁਪਦਾ ਇੱਕ। ਇਹ ਦੁਪਦੇ ਦਾ ਇੱਕ ਸ਼ਬਦ ਦੋ ਪੌੜੀਆਂ ਦਾ ਹੋਵੇਗਾ। ਮਹਾਰਾਜ ਫਰਮਾਉਂਦੇ ਹਨ, ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਜਿਸ ਵੇਲੇ ਸੰਤਾਂ ਦੇ ਸੰਗ ਨੇ ਮੈਨੂੰ ਨਾਮ ਜਪਣਾ ਸਿਖਾਇਆ ਤਾਂ ਮਨ ਦੇ ਸਾਰੇ ਸੰਕਲਪ ਪੂਰਨ ਹੋ ਕੇ ਦੁਨੀਆ ਦੇ ਸਾਰੇ ਹੀ ਕੰਮ ਮੇਰੇ ਪੂਰੇ ਹੋ ਗਏ। ਜਿਨ੍ਹਾਂ ਕੰਮਾਂ ਲਈ ਲੋਕ ਭੱਜੇ ਫਿਰਦੇ ਨੇ, ਕੋਈ ਟਿਕ ਕੇ ਨਹੀਂ ਬਹਿ ਸਕਦਾ 2 ਮਿੰਟ ਵੀ, ਉਹ ਮੇਰਾ ਕੰਮ ਰਹਿ ਗਿਆ, ਉਹ ਮੇਰਾ ਕੰਮ ਰਹਿ ਗਿਆ। ਗੁਰਮੁਖਾਂ ਦੇ ਉਹ ਕੰਮ ਬੈਠੇ ਹੀ ਹੋ ਜਾਂਦੇ ਨੇ। ਕਿਉਂ? ਨਾਮ ਨੇ ਉਹ ਸਾਰੇ ਕੰਮ ਬੈਠੇ ਹੀ ਬਣਾਤੇ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਬੁਝ ਗਈ ਤ੍ਰਿਸ਼ਨਾ ਹਰ ਜਸੈ ਆਗਾਨੇ, ਜਪ ਜਪ ਜੀਵਾਂ ਸਾ ਰਿੰਗ ਪਾਨੇ। ਤ੍ਰਿਸ਼ਨਾ ਰੂਪੀ ਹੁਣ ਮੇਰੀ ਅੱਗ ਵੀ ਬੁਝ ਗਈ ਹੈ। ਇੰਨੀ ਜ਼ਿਆਦਾ ਹੁਣ ਲਾਲਸਾ ਲਿਪਸਾ ਨਹੀਂ ਵੀ ਉਹ ਖਾ ਲਵਾਂ, ਉਹ ਲੈ ਲਵਾਂ, ਉਹ ਨਹੀਂ ਮਿਲਿਆ। ਟਿਕ ਕੇ ਬੈਠੇ ਆਰਾਮ ਨਾਲ, ਜਿੰਨੀ ਕੁ ਲੋੜ ਆ ਉਨਾ ਕੁ ਕਮਾਇਆ। ਜਿਹੜਾ ਐਵੇਂ ਵਾਧੂ ਕਮਾ ਜਮ੍ਹਾਂ ਕਰੀ ਜਾਣਾ, ਉਹਦਾ ਲਾਭ ਨਹੀਂ ਹੈ। ਅਤੇ ਹਰੀ ਜਸ ਕਰਕੇ ਮੈਂ ਤ੍ਰਿਪਤ ਹੋ ਗਿਆ, ਮੇਰਾ ਅੰਦਰ ਵੈਸੇ ਹੀ ਸ਼ਾਂਤ ਹੋ ਗਿਆ। ਸਾਰਿੰਗ ਪਾਨੇ ਹੁੰਦਾ ਪਰਮੇਸ਼ਰ ਦੇ ਜਪ ਨੂੰ ਜਪ ਕੇ ਮੈਂ ਜਿਉਂਦਾ ਭਾਈ। ਕਰਨ ਕਰਾਵਨ ਸਰਨ ਪਰਿਆ। ਜਿਸ ਵੇਲੇ ਕਰਨ ਕਰਾਉਣ ਵਾਲੇ ਵਾਹਿਗੁਰੂ ਦੀ ਮੈਂ ਸ਼ਰਨ ਵਿੱਚ ਜਾ ਕੇ ਪੈ ਗਿਆ ਲੰਮਾ, ਬੇਨਤੀ ਕੀਤੀ ਡੰਡੌਤ ਬੰਦਨੇ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ ਰਹਾਓ। ਤਾਂ ਗੁਰਾਂ ਦੀ ਕਿਰਪਾ ਨਾਲ ਸ਼ਾਂਤੀ ਘਰ ਨੂੰ ਪ੍ਰਾਪਤ ਕਰ ਲਿਆ। ਕਹਿੰਦੇ ਸ਼ਾਂਤੀ ਘਰ ਕਿਵੇਂ ਆਇਆ? ਸਹਿਜ ਘਰ। ਸਹਿਜ ਘਰ ਮਤਲਬ ਕਿ ਸ਼ਾਂਤੀ ਦਾ ਘਰ। ਗਿਆਨ ਰੂਪ ਚੰਦਰਮਾ ਦੇ ਚੜ੍ਹਨ ਕਰਕੇ ਅਗਿਆਨ ਰੂਪ ਹਨੇਰਾ ਮੇਰਾ ਮਿਟ ਗਿਆ। ਮਿਟਿਆ ਅੰਧੇਰਾ ਅਗਿਆਨ ਦਾ, ਤੇ ਚੰਦ ਚੜ੍ਹਿਆ ਕਿਹੜਾ? ਗਿਆਨ ਦਾ। ਫਿਰ ਸੂਰਜ ਕਿਉਂ ਨਹੀਂ ਕਿਹਾ? ਕਹਿੰਦੇ ਸੂਰਜ ਵਿੱਚ ਤਪਸ਼ ਹੁੰਦੀ ਤਾਂ ਪ੍ਰਮਾਣ ਨਹੀਂ ਦਿੱਤਾ। ਚੰਦਰਮਾ ਸ਼ਾਂਤ ਹੁੰਦਾ, ਇਸ ਕਰਕੇ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ 394 ਅੰਗ ਤੇ, ਲਾਲ ਜਵੇਹਰ ਭਰੇ ਭੰਡਾਰ, ਟੋਟ ਨ ਆਵੈ ਜਪ ਨਿਰੰਕਾਰ। ਲਾਲ ਹੁੰਦਾ ਪ੍ਰੇਮ ਤੇ ਜਵੇਹਰ ਹੁੰਦਾ ਗਿਆਨ। ਇਹ ਪ੍ਰੇਮ ਅਤੇ ਗਿਆਨ ਆਦਿਕ ਸ਼ੁਭ ਗੁਣਾਂ ਦੇ ਜਿਹੜੇ ਭੰਡਾਰ ਹੈ ਨਾ, ਅੰਤःਕਰਣ ਵਿੱਚ ਭਰੇ ਪਏ ਨੇ ਹਿਰਦੇ ਦੇ ਅੰਦਰ। ਇਸ ਪ੍ਰਕਾਰ ਟੋਟ ਨਾ ਆਵੈ ਜਪ ਨਿਰੰਕਾਰ। ਨਿਰੰਕਾਰ ਦੇ ਜਪਣ ਕਰਕੇ ਕਿਸੇ ਵਸਤੂ ਦਾ ਘਾਟਾ ਨਹੀਂ ਆਉਂਦਾ। ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਨਾਨਕ ਤਾਕੀ ਪਰਮਗਤ ਹੋਏ। ਜਿਹੜਾ ਕੋਈ ਇਨਸਾਨ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਨੂੰ ਪੀਂਦਾ, ਮਹਾਰਾਜ ਕਥਨ ਕਰਦੇ ਨੇ ਉਹ ਪੁਰਸ਼ ਦੀ ਪਰਮਗਤ ਹੁੰਦੀ, ਕੇਵਲ ਮੁਕਤੀ ਮਿਲਦੀ। ਮੁਕਤੀਆਂ ਵੈਸੇ 4 ਨੇ, ਪਰ 4ਾਂ ਨਾਲੋਂ ਵੀ ਸ਼੍ਰੋਮਣੀ ਮੁਕਤੀ ਕੇਵਲ ਮੁਕਤੀ ਉਹ ਹੁੰਦੀ ਜਿਵੇਂ ਪਾਣੀ ਸੰਗ ਪਾਣੀ ਮਿਲ ਜਾਂਦਾ। ਇਉਂ ਜੀਵ ਪਰਮਾਤਮਾ ਵਿੱਚ ਲੀਨ ਹੋ ਕੇ ਸਦੀਵ ਕਾਲ ਹੀ ਚਲਿਆ ਜਾਂਦਾ ਪਰਮਾਤਮਾ ਦੇ ਵਿੱਚ ਹੀ। ਆਸਾ ਕਰ 7ਵਾਂ ਮਹੱਲਾ 5ਵਾਂ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਕਹਿੰਦੇ ਹੇ ਹਰੀ, ਆਪ ਦਾ ਨਾਮ ਮੈਂ ਨਿਤਰ ਪ੍ਰਤੀ ਹਿਰਦੇ ਹੀ ਧਿਆਉਣਾ ਜੀ, ਅਤੇ ਆਪਣੇ ਨਾਲ ਦੇ ਸਾਰਿਆਂ ਸਾਥੀਆਂ ਨੂੰ ਵੀ ਤਾਰਨਾ। ਜੋ ਮੇਰੇ ਸੰਗੀ ਹਨ ਅੱਗੋਂ ਉਹਨਾਂ ਦੇ ਜੋ ਸਾਥੀ ਨੇ ਉਹਨਾਂ ਸਾਰਿਆਂ ਨੂੰ ਵੀ ਤਾਰਨਾ, ਕਿਉਂਕਿ ਨਾਮ ਜਪਣ ਕਰਕੇ ਕੁਲਾਂ ਦਾ ਹੀ ਉਧਾਰ ਹੋ ਜਾਂਦਾ, ਸੰਗੀਆਂ ਸਾਥੀਆਂ ਦਾ। ਇਉਂ ਪ੍ਰਤੀਤ ਮਨ 'ਚ ਕਰਨਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਓ। ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਅੰਗ ਸੰਗ ਨੇ ਤੇ ਹਮੇਸ਼ਾ ਹੀ ਨਾਲ ਹੋ ਕੇ ਸਹਾਇਤਾ ਕਰਦੇ ਨੇ। ਫਿਰ ਉਹਨਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਮਨ ਦੁਆਰੇ ਸਿਮਰ ਕੇ, ਬਾਣੀ ਦੁਆਰਾ ਸਿਮਰ ਕੇ, ਤਨ ਕਰਕੇ ਮੈਂ ਸੰਭਾਲਦਾ, ਯਾਦ ਕਰਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਆਪ ਜੀ ਦਾ ਹੁਕਮ ਕੀਤਾ ਹੋਇਆ ਮੈਨੂੰ ਮਿੱਠਾ ਲੱਗ ਰਿਹਾ ਹੈ। ਮਹਾਰਾਜ ਕਥਨ ਕਰਦੇ, ਮੈਂ ਦਾਸ ਕੇਵਲ ਨਾਮ ਪਦਾਰਥ ਹੀ ਮੰਗਦਾ। ਮੈਨੂੰ ਨਾਮ ਦੀ ਸਮਝ ਹੈ, ਜਿਵੇਂ ਆਮ ਬੰਦੇ ਨੂੰ ਮਾਇਆ ਦੀ ਸਮਝ ਹੈ ਕਿ ਰੁਪਈਏ ਖੁੱਲ੍ਹੇ ਹੋਣ ਬਸ। ਕਹਿੰਦੇ ਬਾਕੀ ਸਭ ਕੁਝ ਆਪੇ ਖਰੀਦ ਲੂੰਗਾ। ਰੁਪਈਆਂ ਨਾਲ ਦੁਨੀਆ 'ਚ ਬੰਦਾ ਸਭ ਚੀਜ਼ਾਂ ਖਰੀਦ, ਸਾਰਿਆਂ ਨੂੰ ਪਤਾ ਕਿ ਜੇ ਕਰੋੜਾਂ ਰੁਪਈਏ ਹੋਣ ਮੈਂ ਸਭ ਕੁਝ ਖਰੀਦ ਲੂੰਗਾ। ਪਰ ਜਿਹਨੂੰ ਨਾਮ ਦੀ ਸਮਝ ਪੈ ਜਾਵੇ ਉਹਨੂੰ ਫਿਰ ਪਤਾ ਲੱਗ ਜਾਂਦਾ ਕਿ ਰੁਪਈਆਂ ਨਾਲ ਸਾਰੀਆਂ ਚੀਜ਼ਾਂ ਨਹੀਂ ਖਰੀਦ ਸਕਦੇ।
ਸਵਾਸ ਕਿੱਥੋਂ ਖਰੀਦਣੇ ਆ? ਰੁਪਈਏ ਤਾਂ ਬਥੇਰੇ ਲੋਕਾਂ ਕੋਲੇ, ਬਿਮਾਰੀ ਨਹੀਂ ਹਟਦੀ। ਨਾਮ ਬਿਮਾਰੀ ਵੀ ਹਟਾ ਦਿੰਦਾ, ਨਾਮ ਸਵਾਸ ਵੀ ਹੋਰ ਵਧਾ ਸਕਦਾ, ਉਮਰ ਵੀ ਵਧਾ ਦਿੰਦਾ। ਨਾਮ ਨੇ ਤਾਂ ਬਹੁਤ ਕੁਛ ਇਹੋ ਜਿਹਾ ਦੇਣਾ, ਰੁਪਈਆਂ ਨੇ ਨਹੀਂ ਦੇਣਾ। ਸ਼ਾਂਤੀ ਕਿਤੇ ਰੁਪਈਆਂ 'ਚ ਹੈ, ਸ਼ਾਂਤੀ ਨਾਮ ਵਿੱਚ ਹੈ। ਕਰੋੜਾਂ ਅਰਬਾਂ ਡਾਲਰਾਂ ਵਾਲੇ ਵੀ ਜਿਹੜੇ ਤੜਫਦੇ ਫਿਰਦੇ ਨੇ, ਪਰ ਜਿਹੜੇ ਗਰੀਬ ਕੋਲ ਨਾਮ ਹੈ ਉਹ ਐਨ ਠੰਡਾ ਠਾਰ ਹੋ ਕੇ ਬੈਠਾ। ਇਸ ਕਰਕੇ ਨਾਮ ਪੈਸਿਆਂ ਤੋਂ ਵੀ, ਮਾਇਆ ਤੋਂ ਵੀ, ਸੋਨੇ ਚਾਂਦੀ ਹੀਰੇ ਮੋਤੀਆਂ ਤੋਂ ਵੀ ਉੱਪਰ ਨਾਮ ਹੈ। ਆਸਾ ਮਹੱਲਾ ਪੰਜਵਾ। ਸਾਧੂ ਸੰਗਤ ਤਰਿਆ ਸੰਸਾਰ, ਹਰ ਕਾ ਨਾਮ ਮਨੈ ਆਧਾਰ। ਸੰਤਾਂ ਦੀ ਸਤ ਸੰਗਤ ਕਰਕੇ ਜਿਹਨੇ ਹਰੀ ਦੇ ਨਾਮ ਦਾ ਆਸਰਾ ਮਨ 'ਚ ਫੜਿਆ, ਉਹ ਸੰਸਾਰ ਸਮੁੰਦਰ ਤੋਂ ਤਰ ਗਿਆ। ਚਰਨ ਕਮਲ ਗੁਰਦੇਵ ਪਿਆਰੇ, ਪੂਜੈ ਸੰਤ ਹਰ ਪ੍ਰੀਤ ਪਿਆਰੇ ਰਹਾਉ। ਹਰੀ ਦੀ ਪ੍ਰੀਤੀ ਵਿੱਚ ਪਿਆਰ ਕਰਨ ਵਾਲੇ ਜੋ ਸੰਤ ਨੇ, ਉਹ ਪਿਆਰੇ ਗੁਰਦੇਵਾਂ ਦੇ ਚਰਨ ਕਮਲਾਂ ਨੂੰ ਪੂਜਦੇ ਨੇ। ਹਮੇਸ਼ਾ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਾ ਕੈ ਮਸਤਕ ਲਿਖਿਆ ਭਾਗ, ਕਹੋ ਨਾਨਕ ਤਾ ਕਾ ਥਿਰ ਸੁਹਾਗ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਬਈ ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗਾਂ ਦੇ ਲੇਖ ਲਿਖੇ ਹੁੰਦੇ ਨੇ, ਚੰਗੇ ਪਿਛਲੇ ਵੀ ਕੋਈ ਕਰਮ ਹੁੰਦੇ ਤਾਂ ਹੀ ਉਹ ਲੇਖ ਬਣਦੇ ਆ, ਫਿਰ ਉਹਨਾਂ ਭਾਗਾਂ ਵਾਲਿਆਂ ਉੱਤੇ ਕਿਰਪਾ ਹੁੰਦੀ ਆ, ਉਹਦਾ ਸੁਹਾਗ ਆ ਚੱਲ ਹੋ ਜਾਂਦਾ, ਸਦਾ ਵਾਸਤੇ ਪਤੀ ਪਰਮੇਸ਼ਰ 'ਚ ਲੀਨ ਹੋ ਜਾਂਦਾ। ਆਸਾ ਮਹੱਲਾ ਪੰਜਵਾ। ਹੁਣ ਉੱਤਮ ਜਗਿਆਸੂ ਰੂਪੀ ਸਖੀ ਆਪਣੀ ਵਿਵਸਥਾ ਸੁਣਾਉਂਦੀ ਹੈ। ਉੱਤਮ ਜਗਿਆਸੂ, ਮੱਧਮ ਜਗਿਆਸੂ, ਕਨਿਸ਼ਟ ਜਗਿਆਸੂ, 3 ਪ੍ਰਕਾਰ ਦੇ ਹੁੰਦੇ ਨੇ। ਪਾਮਰ ਤਾਂ ਫਿਰ ਹੁੰਦਾ ਹੀ ਨਾਸਤਕ ਹੈ। ਸੋ ਉੱਤਮ ਜਿਹੜੇ ਨੇ ਮਹਾਂਪੁਰਖ ਜਗਿਆਸੂ, ਜਿਨ੍ਹਾਂ ਨੂੰ ਇੱਕ ਵਾਰ ਕਹਿ ਦਈਏ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ, ਉਹਨੇ ਦੂਜੀ ਗੱਲ ਨਹੀਂ ਕਰਨੀ, ਬਸ ਉਹ ਹੁੰਦੇ ਉੱਤਮ। ਜੇ ਕਿਸੇ ਨੂੰ ਕਹੀਏ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ, ਕਹਿੰਦੇ ਵੀ ਮਨ ਨਹੀਂ ਟਿਕਦਾ, ਐ ਨਹੀਂ ਹੁੰਦਾ, 200 ਗੱਲਾਂ ਬਣਾਉਂਦਾ, ਮਸਾਂ ਬਿਠਾਈਦਾ ਉਹਨੂੰ। ਤੀਜਾ ਜਿਹੜਾ ਹੁੰਦਾ ਕਨਿਸ਼ਟ, ਕਹਿੰਦੇ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ, ਕਹਿੰਦਾ ਕੋਈ ਨਹੀਂ ਫੇਰ ਦੇਖਾਂਗੇ, ਕਰ ਵੀ ਲਵਾਂਗੇ, ਫੇਰ ਵੀ ਕਰ ਕੁਰ ਲੈਂਦਾ ਮਾੜਾ ਮਾੜਾ। ਚੌਥਾ ਤਾਂ ਕਹਿੰਦਾ ਵਾਹਿਗੁਰੂ ਕਿਹਾ ਕਿਹੜਾ ਕੋਈ ਮਿਲਣਾ, ਉਹ ਤਾਂ ਉਹੀ ਦੌੜ ਜਾਂਦਾ। ਇੱਥੇ ਉੱਤਮ ਜਗਿਆਸੂ ਦੀ ਗੱਲ ਕਰਦੇ ਜਿਹੜਾ ਬਿਲਕੁਲ ਐਨ ਆਗਿਆਕਾਰੀ ਹੈ। ਮਿੱਠੀ ਆਗਿਆ ਪਿਰ ਕੀ ਲਾਗੀ, ਸੌਂਕਣ ਕਰਕੇ ਕੰਤ ਤਿਆਗੀ। ਜਿਸ ਵੇਲੇ ਪਤੀ ਪਰਮੇਸ਼ਰ ਦੀ ਆਗਿਆ ਮੰਨਣੀ ਮਿੱਠੀ ਲੱਗੀ, ਤਾਂ ਪਤੀ ਪਰਮਾਤਮਾ ਨੇ ਮੇਰੇ ਘਰ ਦੀ ਜਿਹੜੀ ਸੌਂਕਣ ਸੀ, ਕਿਹੜੀ ਕਬੁੱਧੀ, ਉਹ ਕਬੁੱਧੀ ਤਿਆਗੀ, ਮੇਰੀ ਕਬੁੱਧੀ ਦੂਰ ਕਰ ਦਿੱਤੀ। ਇਹ ਮੈਨੂੰ ਪੁੱਠੀਆਂ ਪੱਟੀਆਂ ਅੰਦਰ ਅੰਦਰ ਪੜਾਉਂਦੀ ਰਹਿੰਦੀ ਸੀ। ਜਦੋਂ ਪਾਠ ਕਰਨ ਲੱਗਣਾ, ਜਦੋਂ ਹੀ ਅੰਦਰੋਂ ਕੋਈ ਆਵਾਜ਼ ਆਉਣੀ, ਇਹਦਾ ਕੀ ਫਾਇਦਾ ਕਿ ਰੱਬ ਨੇ ਕਿਹੜਾ ਮਿਲਣਾ, ਪਹਿਲਾਂ ਆਪਾਂ ਸਵਾਦ ਲੈ ਲਈਏ ਦੁਨੀਆ ਦੇ। ਜਿਉਂ ਅੰਦਰੋਂ ਕਮੱਤ ਨੇ ਮੈਨੂੰ ਪ੍ਰੇਰਨਾ ਸ਼ੁਰੂ ਕਰਨਾ, ਉਹ ਸ਼ੁਕਰ ਹੈ ਰੱਬ ਦਾ, ਇਹ ਕਮੱਤੀ ਮੇਰੀ ਦੂਰ ਹੋਈ। ਪ੍ਰਿਆ ਸੁਹਾਗਨ ਸੀ ਗਾਰ ਕਰੀ, ਮਨ ਮੇਰੇ ਕੀ ਤਪਤ ਹਰੀ। ਪਤੀ ਨੇ ਮੈਨੂੰ ਜਪ ਤਪ ਰੂਪੀ ਸ਼ਿੰਗਾਰ ਦੇ ਸਹਿਤ ਕਰਕੇ ਸੁਹਾਗਣ ਬਣਾਤਾ, ਅਤੇ ਮੇਰੇ ਮਨ ਦੀ ਸਾਰੀ ਸੜਨ ਜਿਹੜੀ ਤਪਸ਼ ਸੀ ਦੂਰ ਕਰ ਦਿੱਤੀ। ਭਲੋ ਭਇਓ ਪ੍ਰਿਆ ਕਹਿਆ ਮਾਨਿਆ, ਸੂਖ ਸਹਿਜ ਇਸ ਘਰ ਕਾ ਜਾਣਿਆ ਰਹਾਓ। ਭਲੋ ਭਇਓ, ਚੰਗਾ ਹੋ ਗਿਆ ਭਾਈ, ਜੋ ਮੈਂ ਪਤੀ ਪਰਮਾਤਮਾ ਦਾ ਕਿਹਾ ਹੋਇਆ ਬਚਨ ਮੰਨ ਲਿਆ। ਵਾਹਿਗੁਰੂ ਦੇ ਹੁਕਮ ਮੰਨਣੇ ਕਰਕੇ ਇਸ ਘਰ ਦਾ ਮੈਂ ਅੰਦਰੋਂ ਅਚੁੱਤ ਸੁਖ ਪ੍ਰਾਪਤ ਕਰ ਲਿਆ। ਅਚੁੱਤ ਸੁਖ ਉਹ ਹੁੰਦਾ ਜਿਹੜਾ ਡਿੱਗੇ ਨਾ, ਖਤਮ ਨਾ ਹੋਵੇ ਕਦੇ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਹਉ ਬੰਦੀ ਪ੍ਰਿਆ ਖਿਜਮਤਦਾਰ, ਓਹ ਅਬਿਨਾਸੀ ਅਗਮ ਅਪਾਰ। ਮੈਂ ਤਾਂ ਹੁਣ ਬੰਦੀ ਬਣ ਗਈ, ਭਾਵ ਦਾਸੀ ਹੋ ਕੇ ਪਿਰੀ ਦੀ ਪਤੀ ਦੀ ਖਿਜਮਤਦਾਰ ਸੇਵਾ ਕਰਨ ਵਾਲੀ ਹਾਂ। ਉਹ ਅਬਿਨਾਸੀ ਪਰਮਾਤਮਾ ਆਗਮ ਖੌਫ ਤੋਂ ਰਹਿਤ ਅਤੇ ਅਪਾਰ ਬੇਅੰਤ ਗੁਣਾ ਵਾਲਾ ਹੈ ਮੇਰਾ। ਕੀ ਕੀ ਸੇਵਾ ਕਰਦੇ ਹੋ? ਲੈ ਪੱਖਾ ਪ੍ਰਿਆ ਚੱਲੋਂ ਪਾਏ, ਭਾਗ ਗਏ ਪੰਚ ਦੂਤ ਲਾਵੇ। ਲੈ ਪੱਖਾ, ਪੱਖ ਲੈਣੇ ਰੂਪੀ ਪੱਖਾ ਲੈ ਕੇ ਪਤੀ ਨੂੰ ਝੱਲ ਪਾਉਂਦੀਆਂ। ਜਿਹੜੇ 5 ਦੂਤ ਕਾਮ ਕ੍ਰੋਧ ਆਦਿ ਲਾਵੇ ਸੀ, ਲਾਈਆਂ ਦੇ ਕੰਮ ਕਰਨ ਵਾਲੇ ਲਾਵੇ ਹੁੰਦੇ, ਜਿਹੜੇ ਜ਼ਿਮੀਂਦਾਰ ਖੇਤੀ ਵੱਢਦਾ, ਉਹ ਜਿਨ੍ਹਾਂ ਨੂੰ ਕੰਮ ਤੇ ਲਿਆਉਂਦਾ ਮਜ਼ਦੂਰਾਂ ਨੂੰ ਦਾਤੀਆਂ ਫੜਾ ਕੇ, ਉਹ ਲਾਵੇ ਕਹਿੰਦੇ ਨੇ। ਕਹਿੰਦੇ ਇਹ ਕਾਮ ਕ੍ਰੋਧ ਹੁਣੀ ਲਾਵੇ ਹੋ ਕੇ ਮੈਨੂੰ ਹਮੇਸ਼ਾ ਵੱਢਦੇ ਟੁੱਕਦੇ ਰਹਿੰਦੇ ਸੀ। ਸੋ ਇਸ ਕਰਕੇ ਸ਼ੁਭ ਗੁਣਾਂ ਦੇ ਕੱਟਣ ਵਾਲੇ ਉਹ ਭੱਜ ਹੀ ਗਏ ਸਾਰੇ, ਜਦੋਂ ਮੈਂ ਪਤੀ ਪਰਮਾਤਮਾ ਵੱਲ ਪੱਖ ਕਰ ਲਿਆ ਆਪਣਾ। ਨਾ ਮੈਂ ਕੁਲ ਨਾ ਸੋਭਾਵੰਤ, ਕਿਆ ਜਾਨਾ ਕਿਉਂ ਭਾਨੀ ਕੰਤ। ਨਾ ਤਾਂ ਮੇਰੀ ਕੋਈ ਭਾਈ ਉੱਚੀ ਕੁਲ ਸੀ, ਨਾ ਹੀ ਮੈਂ ਕੋਈ ਸ਼ੋਭਾ ਵਾਲੀ ਸੀ, ਪਰ ਪਤਾ ਨਹੀਂ ਕੀ ਗੱਲ ਹੋ ਗਈ ਕਿ ਉਹ ਪਤੀ ਪਰਮਾਤਮਾ ਨੂੰ ਕਿਵੇਂ ਮੈਂ ਭਾਨੀ ਤੋਂ ਭਾਵ ਪਾ ਗਈ। ਕੱਲ੍ਹ ਵੀ ਜਗਿਆਸੂ ਦਾ ਇਹੀ ਪ੍ਰਸ਼ਨ ਆਇਆ ਸੀ,
ਬ੍ਰਹਮ ਗਿਆਨੀ ਨੂੰ ਵੀ ਤੁਸੀਂ ਕਿਵੇਂ ਰੱਬ ਨੂੰ ਚੰਗੇ ਲੱਗੇ, ਕੀ ਕੀ ਕੀਤਾ? ਉਹ ਕਹਿੰਦੇ ਕੁਛ ਨਹੀਂ ਚੰਗਾ, ਬਸ ਉਹਨੂੰ ਹੀ ਪਤਾ ਕੀ ਚੰਗਾ ਲੱਗਿਆ। ਮੈਂ ਤੇ ਬਥੇਰੇ ਕਰਮ ਕਰਦਾ ਸੀ, ਪਰ ਉਹਨੂੰ ਕੀ ਚੰਗਾ ਲੱਗਿਆ ਮੈਂ ਤਾਂ ਆਪ ਵੀ ਨਹੀਂ ਪੁੱਛਿਆ ਉਹਨਾਂ ਨੂੰ ਵੀ ਮੈਨੂੰ ਕੀ ਮੇਰਾ ਕਿਹੜੀ ਚੀਜ਼ ਚੰਗੀ ਲੱਗੀ ਤੁਹਾਨੂੰ। ਸੋ ਜਿਵੇਂ ਭਗਤ ਫਰੀਦ ਜੀ ਸੰਗਲ ਪਾ ਕੇ ਗਿੱਟਿਆਂ ਨੂੰ ਪੁੱਠੇ ਲਟਕੇ ਹੋਏ ਸੀ ਖੂਹ ਵਿੱਚ, ਇੱਕ ਬੰਦਾ ਯਾਲੀ ਸੀ ਭੇਡਾਂ ਚਾਲਣ ਵਾਲਾ, ਕਹਿੰਦੇ ਤੁਸੀਂ ਭਗਤ ਜੀ ਇੱਥੇ ਲਟਕੇ ਹੋਏ ਹੋ? ਕਹਿੰਦੇ ਖੁਦਾ ਦੀ ਪ੍ਰਾਪਤੀ ਵਾਸਤੇ। ਕਹਿੰਦੇ ਖੁਦਾ ਇੱਦਾਂ ਮਿਲ ਜਾਂਦਾ? ਕਹਿੰਦੇ ਮਿਲ ਜਾਂਦਾ। ਉਹਨੇ ਉਸੇ ਵਕਤ ਵੇੜ ਜੇ ਵੱਟ ਕੇ ਸੁੱਕੇ ਘਾਹ ਦੇ ਉਹ ਲੱਤਾਂ ਨੂੰ ਬੰਨੇ, ਪੁੱਠਾ ਖੂਹ 'ਚ ਲਟਕ ਗਿਆ। ਹੁਣ ਉਹ ਟੁੱਟਣੇ ਹੀ ਸੀਗੇ। ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ, ਬਾਲਿਆ ਭਾਈ ਮਰਦਾਨਾ ਆਪਣੇ ਨਾਂ ਤੇ ਇੱਕ ਬੰਦਾ ਮਰਨ ਲੱਗਿਆ, ਖੂਹ 'ਚ ਡਿੱਗ ਪੈਣਾ ਉਹਨੇ, ਚੱਲ ਉੱਥੇ ਪਹੁੰਚੀਏ। ਅੰਤਰ ਧਿਆਨ ਹੋ ਕੇ ਇੱਕਦਮ ਪ੍ਰਗਟ ਹੋ ਗਏ। ਕਹਿੰਦੇ ਫੜ ਕੇ ਗਿੱਟਿਆਂ ਤੋਂ ਬਾਹਰ ਕੱਢੋ ਇਹਨੂੰ। ਉਹ ਕੱਢਣ ਲੱਗੇ। ਉਹ ਕਹਿੰਦੇ ਭਾਈ ਮੈਨੂੰ ਨਾ ਕੱਢੋ। ਕਹਿੰਦੇ ਕਿਉਂ? ਕਹਿੰਦੇ ਮੈਂ ਰੱਬ ਨੂੰ ਮਿਲਣਾ, ਮੈਂ ਲਟਕ ਰਿਹਾ ਪੁੱਠਾ ਇਸੇ ਕਰਕੇ। ਉਹ ਕਹਿੰਦੇ ਤੈਨੂੰ ਕਿਹਨੇ ਕਿਹਾ ਪੁੱਠਾ ਹੋ ਕੇ ਲਟਕ ਕੇ ਫਿਰ ਰੱਬ ਮਿਲਦਾ? ਕਹਿੰਦੇ ਉਹ ਨਾਲ ਦੇ ਪਰੇ ਖੂਹ ਦੇ ਵਿੱਚ ਇੱਕ ਬੰਦਾ ਪੁੱਠਾ ਲਟਕਿਆ ਕਈ ਸਾਲਾਂ ਤੋਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਤਾਂ ਵਿਸ਼ਵਾਸ ਨਹੀਂ, ਤਾਂ ਸੰਗਲ ਪਾ ਕੇ ਲਟਕਿਆ। ਤੈਨੂੰ ਵਿਸ਼ਵਾਸ ਸੀ, ਤੂੰ ਘਾਹ ਪਾ ਕੇ ਲਟਕ ਗਿਆ। ਭਾਈ ਮਰਦਾਨਾ ਕਹਿੰਦੇ ਰੱਬ ਤਾਂ ਆ ਗਿਆ, ਮਿਲ ਲਾ ਫਿਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਹੀਂ ਪਤਾ ਵੀ ਮੈਂ ਭਾ ਕਿੱਦਾਂ ਗਿਆ, ਬਸ ਮੈਂ ਤਾਂ ਕਦੇ ਆਪ ਨਹੀਂ ਪੁੱਛਿਆ ਵੀ ਮੈਂ ਚੰਗਾ ਕਿਵੇਂ ਲੱਗਿਆ ਤੁਹਾਨੂੰ, ਮੇਰੇ 'ਚ ਤਾਂ ਕੋਈ ਗੁਣ ਵੀ ਨਹੀਂ ਸੀਗਾ। ਮਹਾਰਾਜ ਕਹਿੰਦੇ ਬਸ ਚੰਗਾ ਲੱਗਿਆ ਬਈ, ਮੈਨੂੰ ਲੱਗਿਆ, ਸਿੱਧੀ ਗੱਲ ਆ। ਮੋਹਿ ਅਨਾਥ ਗਰੀਬ ਨਿਮਾਨੀ, ਕੰਤ ਪਕਰ ਹਮ ਕੀਨੀ ਰਾਨੀ। ਮੈਂ ਮਨ ਬਾਣੀ ਸਰੀਰ ਕਰਕੇ ਅਨਾਥਣੀ ਗਰੀਬਣੀ ਨਿਮਾਣੀ ਸੀ, ਪਰ ਪਤੀ ਨੇ ਬਾਹੋਂ ਫੜ ਕੇ ਮੈਨੂੰ ਰਾਣੀ ਤੋਂ ਭਾਵ ਰਾਨੀ ਹੁੰਦਾ ਪ੍ਰਕਾਸ਼ਨ ਕਰ ਦਿੱਤਾ। ਮੇਰੀ ਬੁੱਧੀ 'ਚ ਇਹੋ ਜਿਹਾ ਪ੍ਰਕਾਸ਼ ਕਰ ਦਿੱਤਾ ਕਿ ਉਹ ਵੱਡਾ ਜੋ ਵਿਆਪਕ ਪ੍ਰਕਾਸ਼ ਸੀ ਸਮੁੰਦਰ, ਉਹਦੇ ਵਿੱਚ ਮੇਰੀ ਬੂੰਦ ਰੂਪੀ ਬੁੱਧੀ ਜਾ ਕੇ ਮਿਲ ਕੇ ਉਸੇ ਦਾ ਹੀ ਰੂਪ ਹੋ ਗਈ ਹੈ। ਜਬ ਮੁਖ ਪ੍ਰੀਤਮ ਸਾਜਨ ਲਾਗਾ, ਸੂਖ ਸਹਿਜ ਮੇਰਾ ਧਨ ਸੁਹਾਗਾ। ਜੋ ਪਰਮੇਸ਼ਰ ਪ੍ਰੀਤਮ ਇਸ ਲੋਕ ਦਾ ਤੇ ਸੱਜਣ ਹੈ ਜੋ ਪਰਲੋਕ ਦਾ, ਉਹ ਜਿਸ ਵੇਲੇ ਮੇਰੇ ਮੁਖ ਲੱਗਾ ਭਾਵ ਸਾਹਮਣੇ ਹੋਇਆ, ਤਾਂ ਅਚੁੱਤ ਸੁਖ ਦੇ ਸਹਿਤ ਮੇਰਾ ਜਿਹੜਾ ਸੁਹਾਗਾ ਸੀ ਨਾ ਆਨੰਦ, ਉਹ ਧਨਤਾ ਯੋਗ ਹੋ ਗਿਆ। ਕਹੋ ਨਾਨਕ ਮੋਰੀ ਪੂਰਨ ਆਸਾ, ਸਤਿਗੁਰ ਮੇਲੀ ਪ੍ਰਭ ਗੁਣ ਦਾਸਾ। ਹੁਣ ਮਹਾਰਾਜ ਕਥਨ ਕਰਦੇ ਮੇਰੀ ਆਸਾ ਪੂਰਨ ਹੋ ਗਈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨਾਲ ਮੈਨੂੰ ਮਿਲਾਪ ਕਰਵਾਤਾ ਹੈ। ਆਸਾ ਮਹੱਲਾ ਪੰਜਵਾ। ਮਾਥੈ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜਿਹਬਾ ਕੀ ਫੂੜ। ਸੋ ਇਸ ਪ੍ਰਕਾਰ ਪਹਿਲਾਂ ਰਹਾਉ ਦੀਆਂ ਪੰਕਤੀਆਂ ਤੋਂ ਇਹ ਸ਼ਬਦ ਲਈਏ। ਐਸੀ ਇਸਤਰੀ ਘਰਾਮ ਉਪਾਈ, ਹੁਣ ਸਭ ਜਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ ਰਹਾਓ। ਇਹ ਮਾਇਆ ਦੀ ਗੱਲ ਕਰਦੇ ਨੇ। ਮਾਥੈ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜਿਹਬਾ ਕੀ ਫੂੜ। ਜਿਹਦੇ ਮੱਥੇ ਪਰ ਤਿੰਨਾਂ ਗੁਣਾ ਰੂਪੀ ਤ੍ਰਿਕੁਟੀ ਤਿਉੜੀ ਪਈ ਰਹਿੰਦੀ, ਹਮੇਸ਼ਾ ਗੁੱਸੇ 'ਚ ਹੀ ਰਹਿੰਦੀ ਆ, ਅਤੇ ਜਿਹਦੀ ਦ੍ਰਿਸ਼ਟੀ ਬੜੀ ਕਰੂਰ ਤੇ ਕਰੜੀ ਆ। ਸੋ ਜੋ ਸਭ ਨੂੰ ਦੁਖਦਾਇਕ ਹੀ ਬੋਲਦੀ, ਕੌੜਾ ਹੀ ਬੋਲਦੀ ਹੈ, ਤੇ ਜੇਬਾ ਦੀ ਫੂੜ ਬੜੀ ਗਪੌੜਨ ਹੈ। ਸਦਾ ਭੁੱਖੀ ਫਿਰ ਜਾਣੈ ਦੂਰ, ਜੋ ਹਮੇਸ਼ਾ ਭੁੱਖੀ ਰਹਿੰਦੀ ਕਿਉਂਕਿ ਪਤੀ ਪ੍ਰਮਾਤਮਾ ਨੂੰ ਦੂਰ ਹੀ ਜਾਣਦੀ ਹੈ। ਐਸੀ ਇਸਤਰੀ ਘਰਾਮ ਪਾਈ, ਉਨ ਸਭ ਜਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ ਰਹਾਓ। ਸਾਰੇ ਜਗਤ ਦੇ ਉਹ ਪਾਈ ਹੁੰਦਾ, ਪੈਦਾ ਕਰਨ ਵਾਲਾ ਜੋ ਰਾਮ ਪਰਮੇਸ਼ਰ ਹੈ, ਉਹਦੀ ਇੱਕ ਇਸਤਰੀ ਮਾਇਆ ਅਜਿਹੀ ਹੈ, ਉਹਨੇ ਸਾਰੇ ਜੱਗ ਨੂੰ ਲੁੱਟ ਕੇ ਖਾ ਲਿਆ। ਪਰ ਭਾਈ ਮੈਨੂੰ ਸਤਿਗੁਰਾਂ ਨੇ ਉਹ ਤੋਂ ਹੱਥ ਦੇ ਕੇ ਬਚਾਇਆ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪਾਏ ਠਗੌਲੀ ਸਭ ਜਗ ਜੋ ਹੋਇਆ, ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ। ਮੋਹ ਰੂਪੀ ਠੱਗ ਬੂਟੀ ਪਾ ਕੇ ਜਿਹਨੇ ਸਾਰੇ ਜਗਤ ਨੂੰ ਜੋਹਿਆ ਤੋਂ ਭਾਵ ਤੱਕਿਆ। ਐਸੀ ਤੱਕਣੀ ਤੱਕਿਆ ਕਿ ਦੁਨੀਆ ਉਹਦੇ ਵੱਲ ਹੀ ਮੋਹਿਤ ਹੋ ਗਈ। ਸਾਰਾ ਜੋ ਜਗਤ ਹੈ ਉਹਨੂੰ ਹੱਥ ਕਰ ਦਿੱਤਾ। ਹੋਰ ਕੀ ਕਹਿਣਾ, ਜਿਹਨੇ ਵੱਡਿਆਂ ਵੱਡਿਆਂ ਨੂੰ ਛੱਡਿਆ ਨਹੀਂ। ਬ੍ਰਹਮਾ ਵਿਸ਼ਨੂੰ ਮਹਾਦੇਵ ਸ਼ਿਵ ਜੀ ਨੂੰ ਵੀ ਲੁਭਾ ਲਿਆ, ਕੋਈ ਬਚਿਆ ਵੀ ਹੈ? ਸਾਰਿਆਂ ਨੂੰ ਆਪਣੇ ਵੱਲ ਖਿੱਚ ਲਿਆ। ਬ੍ਰਹਮਾ ਵਿਸ਼ਨੂੰ ਮਹਾਦੇਵ ਛਲੀਆ, ਐਸੀ ਸਪਣੀ ਤੇ ਉੱਪਰ ਨਹੀਂ ਬਲੀਆ। ਭਗਤ ਕਬੀਰ ਜੀ ਦਾ ਵੀ ਸ਼ਬਦ ਹੈ, ਇਹ ਸਪਣੀ ਤੋਂ ਉੱਤੇ ਹੋਰ ਕੋਈ ਬਲੀ ਨਹੀਂ। ਇਹਨਾਂ ਤਾਂ ਵੱਡਿਆਂ ਵੱਡਿਆਂ ਤੇ ਆਪਣਾ ਪ੍ਰਭਾਵ ਪਾ ਲਿਆ। ਕਹਿੰਦੇ ਬਚਿਆ ਕੌਣ? ਗੁਰਮੁਖ ਨਾਮ ਲੱਗੇ ਸੇ ਸੋਹਿਆ। ਗੁਰਾਂ ਦੁਆਰੇ ਜੋ ਗੁਰਮੁਖ ਨਾਮ ਦੇ ਜਾਪ ਵਿੱਚ ਲਾਗੇ ਨਾ, ਉਹ ਉਸ ਤੋਂ ਬਚ ਕੇ ਸੋਭਨੀਕ ਹੋ ਰਹੇ। ਤਾਈਓ ਸ਼ਿਵ ਜੀ 88 ਹਜ਼ਾਰ ਵਰਾ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ ਕਿ ਇਹਦਾ ਪ੍ਰਭਾਵ ਹੀ ਨਾ ਪਵੇ ਸਾਡੇ ਤੇ। ਵਰਤ ਨੇਮ ਕਰ ਥਾਕੇ ਪੁਨਹ ਚਰਨਾ, ਤਟ ਤੀਰਥ ਭਵੇ ਸਭ ਧਰਨਾ। ਵਰਤਾਂ ਵਾਲੇ ਵਰਤ ਰੱਖ ਕੇ ਤੇ ਯਮ ਨੇਮ ਵਾਲੇ ਯਮ ਨੇਮ ਨੂੰ ਕਰਕੇ, ਪੁਨਹ ਚਰਨਾਂ ਦਾ ਪ੍ਰਾਸ਼ਚਿਤ ਕਰਨ ਵਾਲੇ ਪ੍ਰਾਸ਼ਚਿਤ ਕਰਮ ਕਰਨ ਵਾਲੇ ਪ੍ਰਾਸ਼ਚਿਤ ਨੂੰ ਕਰਕੇ ਸਾਰੇ ਥੱਕ ਗਏ।
ਪਰ ਮਾਇਆ ਉਹਨਾਂ ਤੋਂ ਵੀ ਦੂਰ ਨਹੀਂ ਹੋਈ। ਤੀਰਥਾਂ ਦੇ ਕਿਨਾਰੇ ਰਹਿਣ ਵਾਲਿਆਂ ਅਤੇ ਸਭ ਧਰਤੀ ਪਰ ਭਵੇ ਫਿਰਨ ਵਾਲਿਆਂ ਨੂੰ ਵੀ ਮਾਇਆ ਨੇ ਚੰਗੀ ਤਰ੍ਹਾਂ ਕਾਬੂ ਕੀਤਾ ਹੋਇਆ। ਫਿਰ ਬਚਿਆ ਕੌਣ? ਸੇ ਉਬਰੇ ਜੇ ਸਤਿਗੁਰ ਕੀ ਸਰਨਾ। ਮਾਇਆ ਤੋਂ ਉਹੀ ਬੰਦੇ ਬਚੇ ਜਿਹੜੇ ਸੱਚੇ ਸਤਿਗੁਰ ਦੀ ਸ਼ਰਨ ਵਿੱਚ ਪੈ ਜਾਂਦੇ ਨੇ। ਸੱਚਾ ਸਤਿਗੁਰ ਸਤਿਯੁਗ ਦੇ ਵਿੱਚ ਵੀ ਹੋਇਆ। ਸੋ ਇਸ ਪ੍ਰਕਾਰ ਉਹਨਾਂ ਸਮੇਂ ਵਿੱਚ ਉਹੀ ਹੋਏ ਨੇ। ਉਦੋਂ ਨਾਰਦ ਮੁਨੀ ਨੂੰ ਉਪਦੇਸਿਆ, ਨਾਰਦ ਮੁਨੀ ਨੇ ਉਪਦੇਸ਼ ਦਿੱਤਾ। ਰਾਮਚੰਦਰ ਜੀ ਨੂੰ ਵਸ਼ਿਸ਼ਟ ਮੁਨੀ ਨੇ ਉਪਦੇਸ਼ ਦਿੱਤਾ। ਉਦੋਂ ਸਤਿਗੁਰੂ ਉਹ ਸੀ, ਪਰ ਸੱਚੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਮੁਖੀ ਗੁਰੂ ਕਲਯੁਗ ਦੇ ਵਿੱਚ ਪ੍ਰਗਟ ਹੋਇਆ। ਮਾਇਆ ਮੋਹੇ ਸਭੋ ਜਗ ਬਾਧਾ, ਹਉਮੈ ਪਚੈ ਮਨਮੁਖ ਮੂਹ ਰਾਖਾ। ਮੋਹ ਵਿੱਚ ਸਾਰੇ ਜਗਤ ਨੂੰ ਮਾਇਆ ਨੇ ਬੰਨ੍ਹਿਆ ਹੋਇਆ। ਮਨਮੁਖ ਜਿਹੜੇ ਮੂਰਖ ਹੰਗਤਾ ਮਮਤਾ ਵਿੱਚ ਪਚੀ ਹੋ ਰਹੇ ਨੇ, ਪਚ ਰਹੇ ਨੇ, ਸੜ ਰਹੇ ਨੇ। ਸੋ ਪਾਠ ਹੈਗਾ ਮੂਹ ਰਾਖਾ। ਮੰਮੇ ਨੂੰ ਦਲੈਂਕੜੇ ਰਾਰੇ ਨੂੰ ਕੰਨਾ, ਖੱਖੇ ਨੂੰ ਕੰਨਾ, ਮੂਹ ਰਾਖਾ। ਮੂਹ ਰਾਖਾ ਦੀ ਜਿਹੜੀ ਜਗ੍ਹਾ ਮੂਰਖਾਦਾ ਵੀ ਪਾਠ ਹੁੰਦਾ। ਮਨਮੁਖ ਪੁਰਸ਼ ਮੂਰਖਤਾਈ ਦਾ ਖਾਦਾ ਹੋਇਆ, ਹਉਮੈ ਵਿੱਚ ਪਚੈ ਤੋਂ ਭਾਵ ਖਰਾਬ ਹੀ ਹੋ ਰਿਹਾ। ਗੁਰੂ ਨਾਨਕ ਬਾਹਾਂ ਪਕੜ ਹਮ ਰਾਖਾ। ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬੁੱਧੀ ਰੂਪੀ ਬਾਂਹ ਤੋਂ ਫੜ ਕੇ ਮੈਨੂੰ ਬਚਾ ਲਿਆ। ਅੰਦਰੋਂ ਬਾਂਹ ਫੜ ਲਈ ਮੇਰੀ, ਕਹਿੰਦੇ ਇਹਦੇ ਵੱਲ ਨਾ ਜਾਈਂ, ਬਚ ਕੇ ਰਹੀਂ। ਇਹ ਦੇਖਣ ਨੂੰ ਹੀ ਚੰਗੀ ਲੱਗਦੀ ਹੈ। ਜਦੋਂ ਇਹਦੇ ਕਿਤੇ ਕੀੜੇ ਚੜ ਗਿਆ ਨੇ ਤੈਨੂੰ ਐਸੇ ਗੇੜੇ ਖਵਾਊਗੀ, 84 ਲੱਖ ਦਾ ਗੇੜਾ ਮੂਹਰੇ ਖੜਾ ਕਰ ਦੂਗੀ, ਬਚ ਕੇ ਰਹੀਂ ਇਹ ਤੋਂ। ਆਸਾ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਆਸਾ ਰਾਗ 'ਚ ਫਰਮਾਉਂਦੇ ਮਹਾਰਾਜ, ਸਰਬ ਦੁਖ ਜਬ ਬਿਸਰੈ ਸੁਆਮੀ, ਈਹਾਂ ਊਹਾਂ ਕਾਮ ਨਾ ਪ੍ਰਾਨੀ। ਜਦ ਸੁਆਮੀ ਦਾ ਨਾਮ ਵਿਸਰ ਜਾਵੇ ਨਾ ਤਾਂ ਸਾਰੇ ਦੁੱਖ ਚਿੰਬੜ ਜਾਂਦੇ ਆ ਕੇ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਤਾਂ ਫਿਰ ਪ੍ਰਾਣੀ ਈਹਾਂ ਊਹਾਂ ਲੋਕ ਪਰਲੋਕ ਵਿੱਚ ਕਿਸੇ ਕੰਮ ਜੋਗਾ ਨਹੀਂ। ਮਨੁੱਖਾ ਦੇ ਇਹਨੂੰ ਨਿਸਪਲੀ ਗਵਾ ਕੇ ਚਲਿਆ ਜਾਂਦਾ। ਜਿਸ ਕੰਮ ਲਈ ਸਰੀਰ ਮਿਲਿਆ ਉਹ ਤਾਂ ਕੋਈ ਵਰਤਦਾ ਹੀ ਨਹੀਂ ਉਸ ਕੰਮ ਲਈ। ਹੋਰ ਪੁੱਠੇ ਕੰਮਾਂ ਲਈ ਸਾਰੇ ਲੋਕ ਲੱਗੇ ਫਿਰਦੇ ਨੇ। ਸੰਤ ਤ੍ਰਿਪਤਾਸੇ ਹਰ ਹਰ ਧਿਆਏ। ਸੰਤ ਜਿਹੜੇ ਹੁੰਦੇ ਨੇ ਵਾਹਿਗੁਰੂ ਵਾਹਿਗੁਰੂ ਧਿਆ ਕੇ ਪਦਾਰਥਾਂ ਵੱਲੋਂ ਤ੍ਰਿਪਤ ਹੋਏ ਨੇ। ਧਿਆਏ ਦੇ ਧੱਦੇ ਦੇ ਥੱਲੇ ਅੱਧਾ ਯਈਆ ਲੱਗਿਆ ਹੋਇਆ। ਇਸ ਕਰਕੇ ਪਾਠੀ ਤਾਂ ਇਹਨੂੰ ਪਾਠ ਧਾਏ ਕਰ ਜਾਂਦੇ ਨੇ, ਧਾਏ ਨਹੀਂ ਧਿਆਏ। ਪੰਨਾ 395 ਤੇ ਮਹਾਰਾਜ ਫਰਮਾਉਂਦੇ ਅੰਗ ਕਹੀਦਾ ਇਹਨੂੰ। ਪੋਥੀਆਂ ਵਾਲੇ ਪੰਨਾ ਲਿਖਦੇ ਨੇ। ਸਰੂਪ ਹੋਣ ਕਰਕੇ ਗੁਰੂ ਸਾਹਿਬਾਂ ਦਾ ਪ੍ਰਤੱਖ ਜੋਤ ਹੋਣ ਕਰਕੇ ਅੰਗ ਕਿਹਾ ਜਾਂਦਾ। ਕਰ ਕਿਰਪਾ ਆਪਣੈ ਨਾਏ ਲਾਏ, ਸਰਬ ਸੂਖ ਪ੍ਰਭ ਤੁਮਰੀ ਰਜਾਏ ਰਹਾਓ। ਜਿਨ੍ਹਾਂ ਸੰਤਾਂ ਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਨਾਮ 'ਚ ਲਗਾ ਲਿਆ, ਉਹਨਾਂ ਸੰਤਾਂ ਦੇ ਨਿਸ਼ਚਾ ਹੋ ਗਿਆ ਕਿ ਵਾਹਿਗੁਰੂ ਤੇਰੀ ਆਗਿਆ ਮੰਨਣ ਵਿੱਚ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਇਹ ਰਹਾਉ ਦੀਆਂ ਤੁਕਾਂ ਨੇ। ਰਹਾਉ ਦਾ ਭਾਵ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸੰਗ ਹੋਵਤ ਕਉ ਜਾਣਤ ਦੂਰ, ਸੋ ਜਨ ਮਰਤਾ ਨਿਤ ਨਿਤ ਚੂਰ। ਸੰਗ ਹੋਵਤ ਕਉ ਜਾਣਤ ਦੂਰ। ਅੰਗ ਸੰਗ ਹੁੰਦੇ ਅਕਾਲ ਪੁਰਖ ਨੂੰ ਜਿਹੜੇ ਪੁਰਸ਼ ਦੂਰ ਜਾਣਦੇ ਨੇ, ਉਹ ਬੰਦਾ ਰੋਜ਼ ਝੂਰ ਝੂਰ ਕੇ ਮਰਦਾ ਹੈ। ਵਾਹਿਗੁਰੂ ਅੰਗ ਸੰਗ ਹੀ ਹੈ। ਉਹ ਦਿਸਣ ਨਾ ਕਰਕੇ ਐਂ ਲੱਗਦਾ ਵੀ ਪਤਾ ਨਹੀਂ ਕਿੱਥੇ ਕਿਹੜਾ ਹੈਗਾ। ਦਿਖਦਾ ਨਹੀਂ, ਬਸ ਉਹਨੇ ਇੱਕ ਖੇਡ ਬਣਾਈ ਹੋਈ। ਜਿਹਨਾਂ ਨੂੰ ਦਿਖਣ ਲੱਗ ਜਾਂਦਾ ਉਹਨਾਂ ਨੂੰ ਕੋਲੇ ਪ੍ਰਤੀਤ ਹੁੰਦਾ। ਜਿਨ ਸਭ ਕਿਛ ਦੀਆ ਤਿਸ ਚਿਤਵਤ ਨਾਹੇ, ਮਹਾਂ ਵਿਖਿਆ ਮਹਿ ਦਿਨ ਰੈਨ ਜਾਹੇ। ਜਿਸ ਪਰਮੇਸ਼ਰ ਨੇ ਸਾਰਾ ਕੁਝ ਦਿੱਤਾ ਹੋਇਆ ਉਹਨੂੰ ਤਾਂ ਕਦੇ ਯਾਦ ਹੀ ਨਹੀਂ ਕਰਦਾ। ਮਹਾਂ ਵਿਖਿਆ ਹੁੰਦੀ ਮਾਇਆ, ਤੇ ਮਾਇਆ ਦੇ ਵਿੱਚ ਹੀ ਬਹੁਤਾ ਕਮਾਉਣ ਵਿੱਚ ਰਾਤ ਦਿਨ ਲੰਘ ਜਾਂਦਾ। ਫਿਰ ਸੁਰਤੀ ਬਿਰਤੀ ਵੀ, ਸੁੱਤਿਆਂ ਵੀ, ਜਾਗਦਿਆਂ ਵੀ ਇੱਕ ਟੱਕ ਸੂਈ ਉਧਰ ਨੂੰ ਹੀ ਰਹਿੰਦੀ ਹੈ। ਜਿਵੇਂ ਕੰਪਾਸ ਹਮੇਸ਼ਾ ਉੱਤਰ ਦਿਸ਼ਾ ਨੂੰ ਰਹਿੰਦੀ ਹੈ, ਇਹਦੀ ਕੰਪਾਸ ਅੰਦਰੋਂ ਬਸ ਉਧਰ ਨੂੰ ਹੀ ਰਹੀ। ਹਾਏ ਮਾਇਆ, ਸੁੱਤੇ ਵੀ ਮਾਇਆ, ਜਾਗਦੇ ਮਾਇਆ। ਕਹੋ ਨਾਨਕ ਪ੍ਰਭ ਸਿਮਰਹੁ ਏਕ, ਗਤ ਪਾਈਐ ਗੁਰ ਪੂਰੇ ਟੇਕ। ਮਹਾਰਾਜ ਕਥਨ ਕਰਦੇ ਨੇ, ਇੱਕ ਪ੍ਰਭੂ ਦਾ ਸਿਮਰਨ ਕਰਿਆ ਕਰੋ। ਪੂਰਿਆਂ ਗੁਰਾਂ ਦੇ ਆਸਰੇ ਹੋਣ ਕਰਕੇ ਮੁਕਤੀ ਦੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਆਸਾ ਮਹੱਲਾ ਪੰਜਵਾ। ਨਾਮ ਜਪਤ ਮਨ ਤਨ ਸਭ ਹਰਿਆ, ਕਲ ਮਲ ਦੋਖ ਸਗਲ ਪਰ ਹਰਿਆ। ਵਾਹਿਗੁਰੂ ਵਾਹਿਗੁਰੂ ਨਾਮ ਜਪਣੇ ਕਰਕੇ ਰਾਮ ਰਾਮ ਜਪੋ, ਹਰੀ ਗੋਬਿੰਦ ਰਾਮ ਅੱਲਾ ਗੌਡ ਕੁਛ ਵੀ ਕਹੋ, ਇੱਕੋ ਹੀ ਨੌ ਤਾਂ ਸਾਰੇ ਉਹਦੇ ਵੱਖਰੇ ਵੱਖਰੇ ਆਪੋ ਆਪਣੇ ਹਿਸਾਬ ਨਾਲ ਰੱਖੇ, ਪਰ ਪਹੁੰਚਦੇ ਸਭ ਉੱਥੇ ਹੀ ਨੇ। ਹਰੇਕ ਨਾਮ ਜਪਣ ਕਰਕੇ ਜਿਹਦਾ ਪਿਆਰ ਹੋ ਜਾਂਦਾ ਪਰਮੇਸ਼ਰ ਵਿੱਚ। ਕਹਿੰਦੇ ਨਾਮ ਜਪਣੇ ਕਰਕੇ ਮੇਰਾ ਮਨ ਤਾਂ ਸਭ ਸ਼ੁਭ ਗੁਣਾਂ ਨਾਲ ਹੀ ਹਰਿਆ ਹੋਇਆ ਪਿਆ। ਨਾਮ ਨਾਲ ਹੀ ਮਨ ਹਰਾ ਭਰਾ ਹੁੰਦਾ। ਕਲਮਲ ਦੋਖ ਸਗਲ ਪਰ ਹਰਿਆ। ਨਾਮ ਦੇ ਪ੍ਰਤਾਪ ਨਾਲ ਕਲਮਲ ਜਿਹੜੇ ਪਾਪ ਅਤੇ ਦੋਖ ਹੈ, ਦੋਖ ਕਿਹੜੇ ਹੁੰਦੇ, ਕਾਮ ਕ੍ਰੋਧ ਆਦਿ, ਇਹਨਾਂ ਸਾਰਿਆਂ ਨੂੰ ਦੂਰ ਕੀਤਾ ਨਾਮ ਜਪਣ ਕਰਕੇ ਹੀ। ਸੋਈ ਦਿਵਸ ਭਲਾ ਮੇਰੇ ਭਾਈ,
ਹਰ ਗੁਣ ਗਾਹੇ ਪਰਮਗਤ ਪਾਈ ਰਹਾਓ। ਕਹਿੰਦੇ ਭਾਈ ਉਹੀ ਦਿਨ ਸਭ ਤੋਂ ਚੰਗਾ ਜਿੱਦਣ ਆਪਾਂ ਹਰੀ ਦੇ ਗੁਣਾਂ ਨੂੰ ਗਾ ਗਾ ਕੇ ਕੇਵਲ ਮੁਕਤੀ ਪ੍ਰਾਪਤ ਕੀਤੀ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਾਧ ਜਨਾ ਕੇ ਪੂਜੇ ਪੈਰ, ਮਿਟੇ ਉਪਦਰਹ ਮਨ ਤੇ ਬੈਰ। ਜਿਸ ਦਿਨ ਦੇ ਸੰਤਾਂ ਦੇ ਚਰਨ ਪੂਜਣਾ ਕੀਤੇ ਨੇ ਉਸ ਦਿਨ ਤੋਂ ਮਨ ਵਿੱਚੋਂ ਵੈਰ ਆਦਿਕ ਸਭ ਉਪਦਰ ਮਿਟ ਗਏ ਨੇ। ਜੋ ਵੈਰੀ ਉਪਦਰਵ ਕਰਦੇ ਸੀ ਉਹ ਮਨ ਤੋਂ ਸਾਰੇ ਮਿਟ ਗਏ, ਪਾਪ ਭੁੱਲ ਗਏ ਨੇ। ਕਿਸੇ ਨਾਲ ਵੈਰ ਨਹੀਂ ਮੇਰਾ ਹੁਣ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰ ਆਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਮੈਂ ਜਦੋਂ ਦੇਖਿਆ ਸਾਰਿਆਂ 'ਚ ਤਾਂ ਤੂੰ ਆਪ ਹੀ ਬੈਠਾ, ਹੁਣ ਕੀ ਨਾਲ ਵੈਰ ਕਰਾਂ। ਭਾਈ ਕਨ੍ਹਈਆ ਜੀ ਕਹਿੰਦੇ ਮੈਂ ਹੁਣ ਕਿਹਨੂੰ ਪਾਣੀ ਪਿਆਵਾਂ, ਕਿਹਨੂੰ ਨਾ, ਮਿਹਨਤ ਤੁਸੀਂ ਦੇਖਦੇ ਹੋ ਸਾਰਿਆਂ 'ਚ। ਗੁਰ ਪੂਰੇ ਮਿਲ ਝਗਰ ਚੁਕਾਇਆ, ਪੰਜ ਦੂਤ ਸਭ ਵਸ ਗਤੇ ਆਇਆ। ਪੂਰਿਆਂ ਗੁਰਾਂ ਨਾਲ ਮਿਲ ਕੇ ਮੈਂ ਜਨਮ ਜਨਮ ਦਾ ਪਹਿਲਾਂ ਝਗੜਾ ਚੁਕਾਇਆ, ਦੂਰ ਕੀਤਾ। ਮਹਾਰਾਜ ਇਹ ਬਾਰ-ਬਾਰ ਜੰਮਣਾ ਮਰਨਾ, ਇਹ ਜੂਨਾਂ 'ਚ ਪੈਣਾ, ਇਹ 'ਚੋਂ ਮੈਨੂੰ ਕੱਢੋ। ਕਾਮ ਕ੍ਰੋਧ ਆਦਿਕ ਪੰਜਾਂ ਦੂਤਾਂ ਦਾ ਸਾਰਾ ਸਮਦਾਓ ਜਿਹੜਾ ਸੀ ਸਾਡੇ ਅਧੀਨ ਹੋ ਆਇਆ। ਜਿਸ ਮਨ ਵਸਿਆ ਹਰ ਕਾ ਨਾਮ, ਨਾਨਕ ਤੇ ਸੀ ਉਪਰ ਕੁਰਬਾਨ। ਜਿਹਦੇ ਮਨ ਵਿੱਚ ਨਾਮ ਦਾ ਵਾਸਾ ਹੋ ਗਿਆ, ਅਭਿਆਸ ਕਰਦੇ 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 ਇੱਕ ਟੱਕ ਕਰੀ ਜਾਓ। ਜਦੋਂ ਵਸਦਾ ਤਾਂ ਸਕਿੰਟ ਵੀ ਨਹੀਂ ਲੱਗਦਾ, ਇੱਕਦਮ ਹਿਰਦੇ 'ਚ ਨਾਮ ਵਸ ਜਾਂਦਾ। ਮਹਾਰਾਜ ਕਥਨ ਕਰਦੇ ਅਸੀਂ ਉਸ ਤੋਂ ਬਲਿਹਾਰ ਕੁਰਬਾਨ ਜਾਈਏ। ਆਸਾ ਮਹੱਲਾ ਪੰਜਵਾ। ਗਾਵ ਲੇਹ ਤੂੰ ਗਾਵ ਨਹਾਰੇ, ਜੀ ਪਿੰਡ ਕੇ ਪ੍ਰਾਨ ਆਧਾਰੇ। ਇਹ ਗਾਉਣ ਵਾਲੇ ਪੁਰਸ਼ਾ ਤੂੰ ਗਾਉਣੇ ਯੋਗ ਪ੍ਰਭੂ ਦੇ ਗੁਣਾਂ ਨੂੰ ਗਾ ਲੈ। ਜੀਵ ਦੇ ਜਿਹੜੇ ਪਿੰਡ ਸਰੀਰ ਦੇ ਵਿੱਚ ਨਾ ਜੋ ਪ੍ਰਾਣ ਨੇ, ਉਹਨਾਂ ਪ੍ਰਾਣਾਂ ਦਾ ਉਹ ਆਧਾਰੇ ਹੈ, ਆਸਰਾ ਵਾਹਿਗੁਰੂ ਹੀ ਹੈ। ਇਹ ਪ੍ਰਾਣ ਉਹਦੇ ਆਸਰੇ ਚੱਲਦੇ ਨੇ। ਜਾ ਕੀ ਸੇਵਾ ਸਰਬ ਸੁਖ ਪਾਵਹਿ, ਅਵਰ ਕਾਹੂ ਪਹਿ ਬਾਹੁੜ ਨਾ ਜਾਵਹਿ। ਜਿਸ ਦੀ ਸੇਵਾ ਕਰਕੇ ਤੂੰ ਸਾਰਿਆਂ ਸੁੱਖਾਂ ਨੂੰ ਪ੍ਰਾਪਤ ਕਰੇਂਗਾ, ਤੈਨੂੰ ਦੱਸ ਦਈਏ ਸੁਖ ਲੱਭਦਾ ਫਿਰਦਾ। ਬਾਹੁੜ ਫਿਰ ਮੁੜ ਕੇ ਹੋਰ ਕਿਸੇ ਪਾਸ ਆਪਣੀ ਮੁਰਾਦ ਪੂਰੀ ਕਰਨ ਵਾਸਤੇ ਨਹੀਂ ਜਾਵੇਂਗਾ। ਸਦਾ ਆਨੰਦ ਆਨੰਦੀ ਸਾਹਿਬ, ਗੁਣ ਨਿਧਾਨ ਨਿਤ ਨਿਤ ਜਾਪੀ ਹੈ। ਉਹ ਆਨੰਦੀ ਸਾਹਿਬ ਵਾਹਿਗੁਰੂ ਸਦਾ ਹੀ ਆਨੰਦ ਸਰੂਪ ਹੈ ਅਤੇ ਸ਼ੁਭ ਗੁਣਾਂ ਦਾ ਖਜ਼ਾਨਾ ਹੈ। ਉਸ ਨੂੰ ਰੋਜ਼ ਰੋਜ਼ ਜਪਣਾ ਕਰੀਏ। ਉਹ ਸਾਹਿਬ ਸਦਾ ਹੀ ਆਨੰਦ ਕਰਕੇ ਆਨੰਦੀ ਹੈ। ਬਲਿਹਾਰੇ ਤਿਸ ਸੰਤ ਪਿਆਰੇ, ਜਿਸ ਪ੍ਰਸਾਦ ਪ੍ਰਭ ਮਨ ਵਾਸੀ ਹੈ ਰਹਾਓ। ਉਸ ਪਿਆਰੇ ਸੰਤ ਤੋਂ ਮੈਂ ਬਲਿਹਾਰ ਜਾਵਾਂ, ਜਿਨ੍ਹਾਂ ਮਹਾਂਪੁਰਖਾਂ ਦੀ ਕਿਰਪਾ ਨਾਲ ਮਨ ਵਿੱਚ ਪ੍ਰਭੂ ਵਸਦਾ ਹੈ। ਵਸਾਉਣ ਨੂੰ ਉਹ ਦੇਰ ਨਹੀਂ ਲਾਉਂਦੇ, ਬੰਦੇ ਦਾ ਮਨ ਸ਼ੁੱਧ ਹੋਣਾ ਚਾਹੀਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਜਾ ਕਾ ਦਾਨ ਨਿਖੂਟੈ ਨਾਹੀ, ਭਲੀ ਭਾਂਤ ਸਭ ਸਹਿਜ ਸਮਾਹੀ। ਜਿਸ ਪਰਮੇਸ਼ਰ ਦਾ ਦਿੱਤਾ ਹੋਇਆ ਦਾਨ ਕਦੇ ਨਿਖੁੱਟਿਆ ਤਾਂ ਭਾਵ ਮੁੱਕਦਾ ਨਹੀਂ ਹੈ। ਸੋ ਜਿਹੜਾ ਵਾਹਿਗੁਰੂ ਜੀ ਨੂੰ ਦੇ ਦਿੰਦਾ ਉਹਨੂੰ ਕਦੇ ਮੁੱਕਦਾ ਨਹੀਂ ਦਾਨ। ਸੋ ਨਾਮਦਾਨ ਕਰਕੇ ਹੀ ਸਾਰੇ ਮਹਾਤਮਾ ਭਲੀ ਪ੍ਰਕਾਰ ਸਹਿਜ ਪਦ ਵਿੱਚ ਸਮਾ ਜਾਂਦੇ ਨੇ। ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਜਿਸ ਕੈ ਦੀਆ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗਾਏ। ਮਹਾਰਾਜ ਤਾਂ ਇੰਨਾ ਦਿੰਦੇ ਨੇ, ਉਹ ਮੁੱਕਦਾ ਹੀ ਨਹੀਂ। ਬੰਦਾ ਜੇ ਦਿੰਦਾ ਉਹ ਮੁੱਕ ਜਾਂਦਾ। ਕਹਿੰਦੇ ਭਲੀ ਪ੍ਰਕਾਰ ਉਹ ਪਰਮਾਤਮਾ ਸਹਿਜੇ ਹੀ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ। ਭਾਈ ਜਾ ਕੀ ਬਖਸ਼ ਨਾ ਮੇਟੈ ਕੋਈ, ਮਨ ਵਾਸ ਆਈਐ ਸਾਚਾ ਸੋਈ। ਜਿਹਦੀ ਦਿੱਤੀ ਹੋਈ ਬਖਸ਼ਿਸ਼ ਨੂੰ ਕੋਈ ਹਟਾ ਹੀ ਨਹੀਂ ਸਕਦਾ। ਜਦੋਂ ਕਿਸੇ ਤੇ ਕਿਰਪਾ ਕਰ ਦਿੰਦਾ ਹੈ, ਲੋਕੀ ਲੱਖ ਯਤਨ ਕਰ ਲੈਣ ਕਿ ਇਹਦੀ ਅਸੀਂ ਮਹਿਮਾ ਘਟਾ ਦਈਏ ਜਾਂ ਇਹਦੇ ਵਿੱਚੋਂ ਪ੍ਰਕਾਸ਼ ਹਟਾ ਦਈਏ। ਉਸ ਸੱਚੇ ਨੂੰ ਮਨ ਵਿੱਚ ਵਸਾਉਣਾ ਚਾਹੀਦਾ। ਸਗਲ ਸਮਗਰੀ ਗ੍ਰਹਿ ਜਾ ਕੈ ਪੂਰਨ, ਪ੍ਰਭ ਕੇ ਸੇਵਕ ਦੁਖ ਨਾ ਝੂਰਨ। ਜਿਸ ਪਰਮੇਸ਼ਰ ਦੇ ਘਰ ਵਿੱਚ ਸਭ ਸਮਗਰੀਆਂ ਪੂਰਨ ਨੇ, ਉਸ ਵਾਹਿਗੁਰੂ ਦੇ ਜੋ ਸੇਵਕ ਨੇ ਉਹ ਕਦੇ ਦੁੱਖਾਂ ਵਿੱਚ ਝੂਰਦੇ ਨਹੀਂ ਹਨ। ਓਟ ਗਹੀ ਨਿਰਭਉ ਪਦ ਪਾਈਐ, ਸਾਸ ਸਾਸ ਸੋ ਗੁਣ ਨਿਧ ਗਾਈਐ। ਜਿਹਦੀ ਓਟ ਗ੍ਰਹਿਣ ਕਰਨ ਨਾਲ ਨਿਰਭਉ ਪਦ ਨੂੰ ਪ੍ਰਾਪਤ ਹੁੰਦਾ ਜੀਵ, ਉਹ ਗੁਣ ਨਿਧ ਪਰਮਾਤਮਾ ਨੂੰ ਅੰਦਰ ਸਵਾਸ ਜਾਂਦਿਆਂ, ਅੰਦਰ ਨੂੰ ਵਾਹੇ, ਬਾਹਰ ਨੂੰ ਸਵਾਸ ਆਉਂਦਿਆਂ ਗਾਉਣਾ ਕਰੀਏ ਗੁਰੂ ਵਾਹਿਗੁਰੂ। ਬਾਹਰ ਨੂੰ ਵਾਹੇ ਕਹਿ ਲਓ, ਭਾਵੇਂ ਅੰਦਰ ਨੂੰ ਗੁਰੂ ਕਹਿ ਲਓ। ਸੋ ਇਸ ਪ੍ਰਕਾਰ ਜਿਹਨੇ ਵੀ ਜਿਹੜਾ ਨਾਮ ਜਪਣਾ, ਸਾਸ ਗਰਾਸ ਜਪੋ। ਦੂਰ ਨਾ ਹੋਈ ਕਤਹੂ ਜਾਈਐ, ਨਦਰ ਕਰੇ ਤਾਂ ਹਰ ਹਰ ਪਾਈਐ। ਕਤਹੂ ਜਾਈਐ ਕਹਿੰਦੇ ਭਾਵੇਂ ਕਿਤੇ ਵੀ ਚਲੇ ਜਾਓ, ਦੂਰ ਨਾ ਹੋਈ।
ਇਹ ਨਾ ਸਮਝਿਆ ਕਰੋ ਮੈਂ ਹੁਣ ਇੱਥੇ ਆ ਗਿਆ, ਇੱਥੇ ਵਾਹਿਗੁਰੂ ਨਹੀਂ ਹੈਗੇ। ਭਾਵੇਂ ਪਰਲੋਕ ਚਲੇ ਜਾਓ, ਭਾਵੇਂ ਪਤਾਲ ਚਲੇ ਜਾਓ, ਕਿਤੇ ਵੀ ਚਲੇ ਜਾਓ, ਵਾਹਿਗੁਰੂ ਸਾਤੋਂ ਕਦੇ ਦੂਰ ਨਹੀਂ। ਕਿਉਂਕਿ ਇਸ ਤਾਂ ਸਮੁੰਦਰ ਦੀਆਂ ਮੱਛੀਆਂ ਜਿਵੇਂ ਹੁੰਦੀਆਂ, ਸਮੁੰਦਰ ਵਿੱਚ ਭਾਵੇਂ ਉਹ ਹਜ਼ਾਰਾਂ ਮੀਲ ਵੀ ਚਲੀਆਂ ਜਾਣ, ਸਮੁੰਦਰ ਕਿਹੜਾ ਪਾਸੇ ਹੋ ਜਾਂਦਾ ਉਹਨਾਂ ਤੋਂ। ਆਪਾਂ ਵਾਹਿਗੁਰੂ ਪ੍ਰਕਾਸ਼ ਰੂਪ ਦੇ ਵਿੱਚ ਹਾਂ, ਪ੍ਰਕਾਸ਼ ਹੀ ਸਾਡੇ ਅੰਦਰ ਹੈ। ਇਸ ਕਰਕੇ ਉਹ ਵਾਹਿਗੁਰੂ ਸਦਾ ਹੀ ਹਾਜ਼ਰ ਨਾਜ਼ਰ ਹਰੇਕ ਥਾਂ ਦੇ ਉੱਤੇ। ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਕਰਨ, ਮਹਾਰਾਜ ਆਪ ਕਿਰਪਾ ਕਰਨ ਤਾਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਨਦਰ ਕਰੇ ਤਾਂ ਹਰ ਹਰ ਪਾਈਏ। ਅਰਦਾਸ ਕਰੀ ਪੂਰੇ ਗੁਰ ਪਾਸ, ਨਾਨਕ ਮੰਗੈ ਹਰ ਧਨ ਰਾਸ। ਮੈਂ ਤਾਂ ਪੂਰਿਆਂ ਗੁਰਾਂ ਪਾਸ ਬੇਨਤੀ ਕਰਦਾ ਕਿ ਸ਼ਰਧਾ ਰੂਪੀ ਪੂੰਜੀ ਕਰਕੇ ਹਰੀ ਨਾਮ ਧਨ ਮੰਗਦਾ ਆਪ ਜੀ ਪਾਸੋਂ। ਮੇਰੀ ਤਾਂ ਇਹੀ ਅਰਦਾਸ ਹੈ ਜੀ। ਆਸਾ ਮਹੱਲਾ ਪੰਜਵਾ। ਪ੍ਰਥਮੇ ਮਿਟਿਆ ਤਨ ਕਾ ਦੁਖ, ਮਨ ਸਗਲ ਕੋ ਹੋਆ ਸੁਖ। ਗੁਰਾਂ ਨਾਲ ਮਿਲਣ ਦਾ ਜੋ ਮਹਾਤਮਾ ਉਹ ਕਥਨ ਕਰਦੇ ਨੇ ਕਿ ਗੁਰ ਪੂਰਾ ਪਾਇਓ ਮੇਰੇ ਭਾਈ। ਇਹ ਭਾਈ, ਜਦੋਂ ਮੈਂ ਪੂਰੇ ਗੁਰੂ ਦੀ ਪ੍ਰਾਪਤੀ ਕੀਤੀ ਤਾਂ ਮੈਨੂੰ ਕੀ ਕੀ ਮਿਲਿਆ। ਪੰਜਵੇਂ ਪਾਤਸ਼ਾਹ ਆਸਾ ਰਾਗ 'ਚ ਫਰਮਾਉਂਦੇ ਨੇ, ਸਭ ਤੋਂ ਪਹਿਲੇ ਮੇਰੇ ਸਰੀਰ ਦਾ ਦੁੱਖ ਮਿਟ ਗਿਆ, ਦੇਹ ਅਧਿਆਸ ਤੋਂ ਮੈਂ ਛੁੱਟ ਗਿਆ। ਦੇਹ ਅਧਿਆਸ ਨਿਵਰਤ ਹੋਣ ਨਾਲ ਮਨ ਨੂੰ ਸਭ ਪ੍ਰਕਾਰ ਦਾ ਸੁਖ ਪ੍ਰਾਪਤ ਹੋ ਗਿਆ ਮੈਨੂੰ। ਕਰ ਕਿਰਪਾ ਗੁਰ ਦੀਨੋ ਨਾਉ, ਬਾਲੇ ਬਲ ਤੇ ਸਤਿਗੁਰ ਕਉ ਜਾਓ। ਜਿਸ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਨਾਮਦਾਨ ਬਖਸ਼ਿਸ਼ ਕੀਤਾ, ਉਹਨਾਂ ਸਤਿਗੁਰਾਂ ਤੋਂ ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ। ਸਤਿਗੁਰ ਕੀ ਸਰਣਾਈ ਰਹਾਓ। ਇਹ ਮੇਰੇ ਭਾਈ, ਮੈਂ ਪੂਰਿਆਂ ਗੁਰਾਂ ਨੂੰ ਪ੍ਰਾਪਤ ਕਰ ਲਿਆ। ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਨ ਕਰਕੇ ਰੋਗ ਸੋਗ ਸਾਰੇ ਦੁੱਖ ਜਿਹੜੇ ਸੀ ਉਹ ਨਿਵਰਤ ਹੋ ਗਏ ਮੇਰੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਇਉਂ ਜਿਹੜੇ ਕਥਾ ਸੁਣਦੇ ਆ ਇੰਟਰਨੈਟ ਤੇ, ਘਰਾਂ ਵਿੱਚ, ਹੋਰ ਥਾਵਾਂ, ਰੇਡੀਓ ਤੇ, ਉਹ ਇਹ ਸ਼ਬਦ ਜਿਹੜੇ ਬੇਨਤੀ ਕਰਦੇ ਨੇ ਵੀ ਲਿਖ ਲਓ ਤੇ ਕੰਠ ਕਰ ਲਿਆ ਕਰੋ। ਕਿਉਂਕਿ ਫਿਰ ਪੜ੍ਹਨੇ ਚੰਗੇ ਨਿਤਨੇਮ ਤੋਂ ਬਾਅਦ 5 ਵਾਰੀ 10 ਵਾਰੀ 100 ਵਾਰੀ ਜਿੰਨਾ ਜੀ ਕਰੇ ਪੜ੍ਹ ਲਓ। ਇਹ ਸ਼ਬਦ ਆਸਾ ਮਹੱਲਾ ਪੰਜਵਾਂ 395 ਅੰਗ ਤੇ 100ਵਾਂ ਸ਼ਬਦ ਹੈ। ਇਹ ਕੰਠ ਕਰਕੇ ਨਿਤਨੇਮ ਤੋਂ ਬਾਅਦ ਜਾਂ ਤੁਰੇ ਫਿਰਦੇ ਪੜ੍ਹੀ ਜਾਓ। ਇਹਦੇ ਵਿੱਚ ਬਹੁਤ ਬਖਸ਼ਿਸ਼ ਮਹਾਰਾਜ ਨੇ ਭਰੀ ਹੋਈ ਆ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੁਰ ਕੇ ਚਰਨ ਹਿਰਦੇ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਜਦੋਂ ਤੋਂ ਗੁਰਾਂ ਦੇ ਚਰਨ ਵਾਹਿਗੁਰੂ ਮੰਤਰ ਮੈਂ ਆਪਣੇ ਹਿਰਦੇ 'ਚ ਵਸਾਏ ਆ, ਉਦੋਂ ਤੋਂ ਮਨ ਦੀ ਇੱਛਾ ਅਨੁਸਾਰ ਮੈਂ ਸਾਰੇ ਹੀ ਫਲ ਪ੍ਰਾਪਤ ਕਰ ਲਏ। ਅਗਨ ਬੁਝੇ ਸਭ ਹੋਈ ਸ਼ਾਂਤ, ਕਰ ਕਿਰਪਾ ਗੁਰ ਕੀ ਨੀਂਦਾਤ। ਗੁਰਾਂ ਨੇ ਕਿਰਪਾ ਕਰਕੇ ਇਹ ਜੀ ਦਾਤ ਦੇਣਾ ਕੀਤੀ ਹੈ ਨਾਮ ਦੀ, ਜਿਸ ਕਰਕੇ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ ਤੇ ਹਰ ਸਭ ਪ੍ਰਕਾਰ ਨਾਲ ਹੁਣ ਸ਼ਾਂਤ ਹੈ ਮਨ ਵੀ, ਤਨ ਵੀ, ਆਸਾ ਪਾਸਾ ਵੀ ਟਿਕਾਓ ਬਣ ਗਿਆ। ਘਰ ਦੇ ਵਿੱਚ ਵੀ ਕਿਰਪਾ ਹੋ ਗਈ ਮਹਾਰਾਜ ਦੀ। ਨਿਥਾਵੇਂ ਕਉ ਗੁਰ ਦੀਨੋ ਥਾਨ, ਨਿਮਾਨੇ ਕਉ ਗੁਰ ਕੀਨੋ ਮਾਨ। ਜਿਨ੍ਹਾਂ ਦਾ ਕੋਈ ਥਾਂ ਹੀ ਨਹੀਂ ਸੀ, ਉਹਨਾਂ ਨੂੰ ਥਾਵਿਆਂ ਨੂੰ ਗੁਰਾਂ ਨੇ ਪ੍ਰਤੱਖ ਥਾਂ ਦੇਤਾ। ਘਰ ਦੇ ਤੇ ਸਰੂਪ ਰੂਪੀ ਥਾਂ ਦੇਤਾ, ਸੱਚਖੰਡ ਥਾਂ ਦੇਤਾ, ਸੰਗਤ ਵਿੱਚ ਥਾਂ ਦੇਤਾ, ਸਮਾਜ ਵਿੱਚ ਵੀ ਥਾਂ ਦਿੰਦੇ ਨੇ ਉਹਨਾਂ ਨੂੰ। ਕੋਈ ਮਾਣ ਮਰਾਤਬਾ ਦੇ ਦਿੰਦੇ। ਜਿਨ੍ਹਾਂ ਨੂੰ ਕੋਈ ਮਾਣ ਨਹੀਂ ਸੀ ਦਿੰਦਾ, ਉਹਨਾਂ ਨਿਮਾਣਿਆਂ ਨੂੰ ਗੁਰਾਂ ਨੇ ਮਾਣ ਬਖਸ਼ਿਸ਼ ਕਰ ਦਿੱਤਾ। ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸ ਨਾ ਚਾਖੇ। ਜਿਨ੍ਹਾਂ ਪਰ ਗੁਰਾਂ ਨੇ ਕਿਰਪਾ ਕੀਤੀ ਆ, ਉਹਨਾਂ ਦੇ ਸ਼ੁਭ ਅਸ਼ੁਭ ਕਰਮਾਂ ਰੂਪ ਸਾਰੇ ਬੰਧਨ ਕੱਟ ਕੇ ਆਪਣੇ ਦਾਸ ਕਰਕੇ ਰੱਖਿਆ। ਉਹੀ ਦਾਸ ਗੁਰਾਂ ਪਾਸ ਰਹਿ ਕੇ ਅੰਮ੍ਰਿਤ ਰੂਪ ਜੋ ਬਾਣੀ ਹੈ ਉਹਦੇ ਸਵਾਦ ਨੂੰ ਰਸਨਾ ਨਾਲ ਚੱਖਦੇ ਨੇ। ਵੱਡਾ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸਰਨਾ। ਉਹ ਸੇਵਕ ਵੱਡਿਆਂ ਭਾਗਾਂ ਕਰਕੇ ਗੁਰਾਂ ਦੇ ਚਰਨਾਂ ਨੂੰ ਪੂਜਦੇ ਨੇ ਔਰ ਸਾਰਿਆਂ ਨੂੰ ਤਿਆਗ ਛੱਡ ਕੇ ਉਹਨਾਂ ਸੇਵਕਾਂ ਨੇ ਜੋ ਪ੍ਰਭੂ ਸਮਰੱਥ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨੀ ਪ੍ਰਾਪਤ ਕੀਤੀ ਹੈ। ਗੁਰ ਨਾਨਕ ਜਾ ਕੋ ਭਇਆ ਦਇਆਲਾ, ਸੋ ਜਨ ਹੋਵਾ ਸਦਾ ਨਿਹਾਲਾ। ਮਹਾਰਾਜ ਕਥਨ ਕਰਦੇ ਨੇ, ਜਿਸ ਸਿੱਖ ਉੱਤੇ ਆਪਣਾ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਗ੍ਰੰਥ ਸਾਹਿਬ ਦਿਆਲ ਹੋਏ ਨੇ, ਉਹ ਪੁਰਸ਼ ਹਮੇਸ਼ਾ ਹੀ ਨਿਹਾਲਾ ਹੋ ਗਿਆ। ਹਾਲਾ ਨਾਮ ਦੁੱਖਾਂ ਦਾ ਤੇ ਨੇ ਨਾਮ ਰਹਿਤ ਦਾ। ਦੁੱਖਾਂ ਤੋਂ ਰਹਿਤ ਉਹ ਜੀਵ ਹੋ ਗਿਆ, ਉਹਦੇ ਤੇ ਕਿਰਪਾ ਕਰਤੀ। 396 ਅੰਗ ਤੇ ਫਰਮਾਉਂਦੇ ਨੇ। ਆਸਾ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਆਸਾ ਰਾਗ ਦੇ ਵਿੱਚ ਫਰਮਾਉਂਦੇ ਨੇ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਇਹ ਸ਼ਬਦ ਦੀ ਬਹੁਤ ਮਹਾਨਤਾ।
ਸੋ ਜਿਨ੍ਹਾਂ ਦੇ ਉੱਤੇ ਜਦੋਂ ਪੁੱਤਰ ਦੀ ਦਾਤ ਲੈਣੀ ਸੀ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਸੀ। ਜਦੋਂ ਕਰਮੋਂ ਨੇ ਪਿਰਥੀ ਚੰਦ ਨੂੰ ਕਿਹਾ ਜੇ ਤੁਸੀਂ ਵੀ ਆਪਣੇ ਪਿਤਾ ਦੀ ਆਗਿਆ ਦਾ ਪਾਲਨ ਕਰਦੇ ਤਾਂ ਸਾਡੇ ਘਰ ਵੀ ਬੇਅੰਤ ਪਦਾਰਥ ਆਉਂਦੇ। ਹੁਣ ਦੇਖੋ ਸਾਡੇ ਸ਼ਰੀਕ ਕਿਵੇਂ ਹਰ ਤਰ੍ਹਾਂ ਨਾਲ ਵੱਧਦੇ ਜਾ ਰਹੇ ਨੇ। ਸੋ ਉਹਨੇ ਕਿਹਾ ਕੋਈ ਗੱਲ ਨਹੀਂ, ਗੁਰਤਾ ਗੱਦੀ ਸਮੇਤ ਸਭ ਕੁਝ ਆਪਣਾ ਹੀ ਹੈ, ਇਹਨਾਂ ਦੇ ਘਰ ਤਾਂ ਕੋਈ ਸਾਹਿਬਜ਼ਾਦਾ ਹੋਣਾ ਹੀ ਨਹੀਂ। ਜਦੋਂ ਇਸ ਗੱਲ ਦਾ ਦਾਸੀ ਰਾਹੀਂ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ, ਉਹਨਾਂ ਨੇ ਪੰਚਮ ਪਾਤਸ਼ਾਹ ਜੀ ਕੋਲ ਬੇਨਤੀ ਕੀਤੀ, ਗਰੀਬ ਨਵਾਜ ਸ਼ਰੀਕ ਬੋਲੀਆਂ ਮਾਰਦੇ ਆਪ ਕਿਰਪਾ ਕਰਕੇ ਗੁਰਤਾ ਗੱਦੀ ਦਾ ਮਾਲਕ ਬਖਸ਼ਿਸ਼ ਕਰੋ। ਸਤਿਗੁਰਾਂ ਨੇ ਬਚਨ ਕੀਤਾ ਚਿੰਤਾ ਨਾ ਕਰੋ, ਭੰਡਾਰਿਆਂ ਦਾ ਮਾਲਕ ਤਾਂ ਸੋ ਅਸੀਂ ਹੋਈ ਹਾਂ, ਪਰ ਇਹ ਮੇਰੇ ਪਾਸ ਗੁਰਸਿੱਖਾਂ ਦੀ ਅਮਾਨਤ ਹੈ, ਇਹਦੀ ਕੁੰਜੀ ਸੰਤਾਂ ਕੋਲੇ ਹੈ। ਸਾਹਿਬਾਂ ਦਾ ਸ਼੍ਰੀ ਮੁਖ ਵਾਕ ਹੈ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਅੰਤਰੀਵ ਗੱਲ ਇਹ ਸੀ ਕਿ ਪਿਰਥੀਏ ਨੇ ਕਿਹਾ ਸੀ ਕਿ ਇਹਨਾਂ ਦੇ ਔਲਾਦ ਨਹੀਂ ਹੋਵੇਗੀ। ਸੋ ਮਹਾਰਾਜ ਨੇ ਇਹ ਗੱਲ ਵਿਚਾਰੀ ਵੀ ਜੇ ਪਿਰਥੀਏ ਦਾ ਬਚਨ ਪੂਰਾ ਹੋਇਆ ਨਾ ਹੋਇਆ, ਲੋਕਾਂ ਨੇ ਕਹਿਣਾ ਵੀ ਚੌਥੇ ਪਾਤਸ਼ਾਹ ਦੀ ਔਲਾਦ ਵਿੱਚ ਸ਼ਕਤੀ ਨਹੀਂ। ਗੱਲ ਚੌਥੇ ਪਾਤਸ਼ਾਹ ਤੇ ਜਾਂਦੀ ਜਾਣ ਕੇ ਮਹਾਰਾਜ ਨੇ ਕਿਹਾ ਚਲੋ ਠੀਕ ਆ, ਅਸੀਂ ਭਾਣੇ 'ਚ ਬੈਠੇ ਹਾਂ। ਜਦੋਂ ਅਕਾਲ ਪੁਰਖ ਜੀ ਦਾ ਹੁਕਮ ਹੋਇਆ ਕਿ 6ਵਾਂ ਸਰੂਪ ਤਾਂ ਇੱਥੇ ਹੀ ਆਉਣਾ, ਤਾਂ ਮਹਾਰਾਜ ਨੇ ਉਹ ਸਾਰਾ ਪਲਟਾ ਕੇ ਦੇਣਾ ਲੈਣਾ ਸਭ ਆਪ ਹੀ ਕਰਦੇ ਨੇ। ਬਾਬਾ ਬੁੱਢਾ ਜੀ ਦੇ ਰਾਹੀਂ ਇਹ ਕੌਤਕ ਵਰਤਾਤਾ। ਫਿਰ ਬ੍ਰਹਮ ਗਿਆਨੀ ਦਾ ਕਿਹਾ ਹੋਇਆ ਕੋਈ ਮੋੜ ਨਹੀਂ ਸਕਦਾ। ਇਹ ਪਿਰਥੀ ਦੇ ਬਚਨ ਨੂੰ ਕੱਟਣ ਵਾਸਤੇ ਮਹਾਰਾਜ ਨੇ ਇਹ ਜਿਹਾ ਇੱਕ ਕੌਤਕ ਵਰਤਾਇਆ। ਗੁਰੂ ਨਾਨਕ ਦੇ ਦੀਦਾਰ ਕਰਨ ਵਾਲੇ ਪੂਰਨ ਸੰਤ ਬਾਬਾ ਬੁੱਢਾ ਜੀ ਦੀ ਸੇਵਾ ਕਰੋ, ਉਹਨਾਂ ਦੀ ਪ੍ਰਸੰਨਤਾ ਨਾਲ ਸਾਹਿਬਜ਼ਾਦੇ ਦਾ ਵਰ ਮਿਲੇਗਾ। ਸੋ ਮਾਤਾ ਜੀ ਰਥ ਗੱਡੀਆਂ ਤੇ ਪਾਲਕੀਆਂ ਸਮੇਤ ਦਾਸ ਦਾਸੀਆਂ ਲੈ ਕੇ ਮਠਿਆਈਆਂ ਦੇ ਟੋਕਰੇ ਰੱਖ ਰਾਜਸੀ ਠਾਠਵਾੜ ਨਾਲ ਬਾਬਾ ਬੁੱਢਾ ਜੀ ਦੀ ਬੀੜ 'ਚ ਪਹੁੰਚੇ। ਖੜਕੇ ਨਾਲ ਜੰਗਲ ਦੇ ਜਾਨਵਰਾਂ ਨੂੰ ਡਰਦਿਆਂ ਦੇਖ ਕੇ ਬਾਬਾ ਜੀ ਨੇ ਬਚਨ ਕੀਤਾ, ਆ ਰਾਮਦਾਸਪੁਰ ਭਾਜਰ ਕਿਨ ਪਾਈ। 18 ਅੱਸੂ 1651 ਬਿਕਰਮੀ ਸੰਮਤ ਨੂੰ ਸਰਾਪ ਲੈ ਕੇ ਵਾਪਸ ਮੁੜੇ। ਸੋ ਸਰਾਪ ਨਹੀਂ ਹੁੰਦਾ, ਸੋ ਤੇ ਇਸ ਬਚਨ ਨੂੰ ਸਰਾਪ ਲਿਖ ਦਿੰਦੇ ਨੇ। ਸੁਭਾਵਕ ਹੀ ਬ੍ਰਹਮ ਗਿਆਨੀ ਦਾ ਬਚਨ ਹੁੰਦਾ, ਉਹ ਸਰਾਪ ਨਹੀਂ ਹੁੰਦਾ। ਇਹ ਲਿਖਣ ਵਾਲੇ ਐਸਾ ਲਿਖ ਦਿੰਦੇ ਨੇ। ਦੂਜੀ ਵਾਰ ਪੰਚਮ ਪਾਤਸ਼ਾਹ ਜੀ ਦੀ ਆਗਿਆ ਨਾਲ ਤੀਸਰੇ ਦਿਨ 21 ਅੱਸੂ ਨੂੰ ਮੁੜ ਸਾਰੀ ਸੇਵਾ ਆਪਣੇ ਹੱਥੀਂ ਕਰਕੇ ਚੱਕੀ ਪੀ ਕੇ ਪੰਜਾਂ ਸਿੱਖਾਂ ਲਈ ਮਿੱਸੇ ਪ੍ਰਸ਼ਾਦੇ ਆਪ ਤਿਆਰ ਕੀਤੇ। ਦਹੀਂ, ਮੱਖਣ, ਲੱਸੀ ਤੇ ਗੰਢੇ ਲੈ ਕੇ ਸੀਸ ਤੇ ਰੱਖ ਕੇ ਨੰਗੇ ਚਰਨੀ ਮਾਤਾ ਜੀ ਗਏ। ਇਧਰੋਂ ਹਲ ਵਾਹੁੰਦੇ ਬਾਬਾ ਬੁੱਢਾ ਜੀ ਨੂੰ ਭੁੱਖ ਤੇ ਪਿਆਸ ਲੱਗੀ ਹੋਈ ਸੀ। ਅੱਗੋਂ ਹੋ ਕੇ ਮਾਤਾ ਜੀ ਨੂੰ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਤੇ ਸਿਰ ਤੋਂ ਭਾਰ ਲਾਇਆ। ਜਿਉਂ-ਜਿਉਂ ਛਕਦੇ ਹਨ ਇੱਕ ਇੱਕ ਗਰਾਹੀ ਨਾਲ ਇੱਕ ਇੱਕ ਵਰ ਦੇਈ ਜਾਂਦੇ ਨੇ। ਦੂਰੋਂ ਕਹਿਣ ਲੱਗ ਪਏ ਸੀ ਬੜੀ ਭੁੱਖ ਲੱਗੀ ਆ, ਲੱਗਦਾ ਸਾਡੀ ਮਾਤਾ ਨੂੰ ਫਿਕਰ ਹੋ ਗਿਆ, ਪੁੱਤ ਭੁੱਖਾ ਉਹ ਲੈ ਕੇ ਆਈ ਆ, ਆਪ ਟੋਕਰਾ ਥੱਲੇ ਲਹਾ ਲਿਆ। ਇਉਂ ਬੇਅੰਤ ਵਰ ਲੈ ਕੇ ਮਾਤਾ ਜੀ ਵਾਪਸ ਆਏ ਸੀ। ਪਿਆਜ਼ ਭੰਨਿਆ, ਗੰਢੇਲ ਬਾਹਰ ਦੂਰ ਡਿੱਗੀ, ਐਂ ਦੁਸ਼ਟਾਂ ਦੇ ਸਿਰ ਕਹਿੰਦੇ ਉਹਨਾਂ ਨੇ ਲਾ ਲਾ ਕੇ ਸਿੱਟਣੇ ਆ। ਉਦੋਂ ਫਿਰ ਹਨੇਰੀ ਚੱਲੀ ਤੇ ਅਸਮਾਨ ਆਕਾਸ਼ ਵਿੱਚ ਬੱਦਲ ਆਏ, ਬਿਜਲੀ ਲਿਸ਼ਕੀ, ਕਹਿੰਦੇ ਐਂ ਤਲਵਾਰ ਚੱਲੂ ਮਾਤਾ। ਉਹਨਾਂ ਦੀ ਦੇਖੀ ਤਾਂ ਸਹੀ ਤੋਂ ਐਦਾਂ ਦੁਸ਼ਮਣਾਂ ਨੇ ਭੱਜਣਾ ਜਿਵੇਂ ਬੱਦਲ ਉੱਡਦੇ ਜਾਂਦੇ ਹਵਾ ਦੇ ਨਾਲ। ਸਤਿਗੁਰਾਂ ਨੇ ਬਾਬਾ ਜੀ ਦਾ ਪਹਿਲਾ ਬਚਨ ਪੂਰਾ ਕਰਨ ਵਾਸਤੇ ਆਪਣੀ ਰਿਹਾਇਸ਼ ਗੁਰੂ ਕੀ ਵਡਾਲੀ ਜਾ ਕੀਤੀ। ਇੱਥੇ ਹੀ 1652 ਸੰਮਤ ਹਾੜਵਦੀ ਏਕਮ ਨੂੰ 6ਵੇਂ ਪਾਤਸ਼ਾਹ ਦਾ ਅਵਤਾਰ ਹੋਇਆ। ਤਾਂ ਉਸ ਸਮੇਂ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ, ਸਤਿਗੁਰ ਸਾਚਾ ਦਈਆ ਭੇਜ। ਸੱਚੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਜ ਦਿੱਤਾ। ਬਹੁਤਾ ਸਮਾਂ ਜਿਉਣ ਦਾ ਸੰਜੋਗ ਬਣਿਆ, ਕਿਉਂਕਿ ਇੱਕ ਪਹਿਲੇ ਪਾਤਸ਼ਾਹੀ ਤੋਂ ਬਿਨਾਂ ਹੋਰ ਸਭ ਪਾਤਸ਼ਾਹੀਆਂ ਨਾਲੋਂ ਇਹਨਾਂ ਨੇ ਗੁਰਿਆਈ ਗੱਦੀ ਬਹੁਤਾ ਚਿਰ ਮਾਣੀ ਹੈ। 32 ਸਾਲ 10 ਮਹੀਨੇ 12 ਦਿਨ ਤੱਕ ਸਤਿਗੁਰੂ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਨੇ। ਸਤਿਗੁਰ ਸਾਚਾ ਦਈਆ ਭੇਜ। ਉਦਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜਦ ਤੋਂ ਮਾਤਾ ਗੰਗਾ ਜੀ ਦੇ ਉਦਰੈ ਮਾਹੇ ਆ ਕੇ ਉਦਰ ਵਿੱਚ ਨਿਵਾਸ ਕੀਤਾ, ਉਦੋਂ ਤੋਂ ਮਾਤਾ ਗੰਗਾ ਜੀ ਦੇ ਮਨ ਵਿੱਚ ਬਹੁਤ ਹੀ ਖੇੜਾ ਆ ਗਿਆ। ਚਿਹਰੇ ਦੀ ਖੁਸ਼ੀ ਦਾ ਪ੍ਰਗਟਾਵਾ ਹੋਣ ਲੱਗ ਪਿਆ। ਖੁਸ਼ ਹੋ ਗਏ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ। ਇਹ ਗੋਬਿੰਦ ਦਾ ਭਗਤ ਪੁੱਤਰ ਜੰਮਿਆ। ਸਿੱਖਾਂ ਨੂੰ ਗੋਬਿੰਦ ਦੀ ਭਗਤੀ ਕਰਾਉਣ ਵਾਲਾ ਸਪੁੱਤਰ ਜੰਮਿਆ। ਗੁਰਮੁਖਾਂ ਦੇ ਪੁੰਨਾਂ ਕਰਕੇ ਤੇ ਦੁਸ਼ਟਾਂ ਦੇ ਪਾਪਾਂ ਕਰਕੇ ਅਵਤਾਰਾਂ ਦਾ ਸਰੀਰ ਹੁੰਦਾ। ਅਵਤਾਰਾਂ ਦੇ ਆਪਣੇ ਪਾਪ ਪੁੰਨ ਕੋਈ ਨਹੀਂ ਹੁੰਦੇ। ਇਸ ਕਰਕੇ ਗੁਰਮੁਖਾਂ ਤੇ ਮਨਮੁਖਾਂ ਦੇ ਧੁਰੋਂ ਲੇਖਾਂ ਦੇ ਲਿਖੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਵਿੱਚ ਪ੍ਰਗਟੇ ਨੇ। ਦਸੀ ਮਾਸੀ ਹੁਕਮ ਬਾਲਕ ਜਨਮ ਲੀਆ, ਮਿਟਿਆ ਸੋਗ ਮਹਾ ਆਨੰਦ ਥੀਆ। ਦਸੀ ਮਾਸੀ ਹੁੰਦਾ 10ਵੇਂ ਮਹੀਨੇ ਵਾਹਿਗੁਰੂ ਦੇ ਹੁਕਮ ਅਨੁਸਾਰ ਬਾਲਕ ਬੱਚੇ ਨੇ ਜਨਮ ਲਿਆ। ਪੁੱਤਰ ਦੇ ਨਾ ਹੋਣ ਦਾ ਜਿਹੜਾ ਸੋਗ ਸੀ ਉਹ ਮਿਟ ਗਿਆ ਤੇ ਵੱਡਾ ਆਨੰਦ ਸੁਖ ਆ ਕੇ ਪ੍ਰਾਪਤ ਥੀਆ ਤੋਂ ਭਾਵ
ਹੋਇਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਲੜਕੇ ਦੇ ਜੰਮਣ ਦੀ ਖੁਸ਼ੀ ਵਿੱਚ ਸਖੀ ਸਹੇਲੀਆਂ ਮਿਲ ਕੇ ਆਨੰਦ ਚਾਅ ਨਾਲ ਗੁਰਬਾਣੀ ਨੂੰ ਗਾਉਂਦੀਆਂ ਨੇ, ਆਨੰਦ ਸਾਹਿਬ ਦਾ ਪਾਠ ਪੜ੍ਹਦੀਆਂ ਨੇ। ਜੋ ਗੁਰਬਾਣੀ ਸੱਚੇ ਸਾਹਿਬ ਅਕਾਲ ਪੁਰਖ ਦੇ ਮਨ ਨੂੰ ਚੰਗੀ ਲੱਗਦੀ ਹੈ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਸੋੜ ਬੰਸ ਰੂਪੀ ਵੇਲ ਬਹੁਤ ਸਾਰੀ ਵਧੀ, ਗੁਰਿਆਈ ਗੱਦੀ ਰੂਪੀ ਪੀੜੀ ਚੱਲ ਪਈ। ਪਹਿਲਾਂ ਸੀ ਚੌਥੇ ਪਾਤਸ਼ਾਹ ਦੇ ਸਾਹਿਬਜ਼ਾਦੇ, ਇਸ ਪ੍ਰਕਾਰ 3, ਫਿਰ 5ਵੇਂ ਦੇ ਇੱਕੋ ਹੀ ਹੋਏ। ਕਹਿੰਦੇ ਮਹਾਰਾਜ ਜੀ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਕਹਿੰਦੇ ਕੋਈ ਨਹੀਂ, ਵਧੀ ਵੇਲ ਬਹੁ ਪੀੜੀ ਚਾਲੀ। ਇਹਨਾਂ ਦੇ 5 ਸਾਹਿਬਜ਼ਾਦੇ ਹੋਣਗੇ, ਅੱਗੇ ਇੱਕ ਬੇਟੀ ਹੋਊਗੀ, ਫਿਰ ਉਹ ਬੀਬੀ ਵੀਰੋ ਦੇ ਗਾਹਾਂ ਫਿਰ 5 ਪੁੱਤਰ ਹੋਏ। ਇਹਨਾਂ ਦੇ ਗਾਹਾਂ ਫਿਰ ਇਸੇ ਪ੍ਰਕਾਰ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਹੋਏ 2, ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਧੀਰਮੱਲ ਹੋਣੀ, ਬਾਬਾ ਅਟਲ ਰਾਏ ਜੀ ਤਾਂ ਸਰੀਰ ਹੀ ਛੱਡ ਗਏ ਸੀਗੇ। ਇਸੇ ਪ੍ਰਕਾਰ ਸੂਰਜਮਲ ਅਣੀ ਰਾਏ ਦੀ ਅੱਗੇ ਚੱਲੀ ਕੋਲ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਗੇ ਉਹਨਾਂ ਦੇ 4 ਸਾਹਿਬਜ਼ਾਦੇ ਫੇਰ, ਇਉਂ ਸਾਰੀ ਚੱਲੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਜੋ ਮੂਰਤੀ ਹੈ, ਕਹਿੰਦੇ ਇਹ ਇੱਕ ਧਰਮ ਦੀ ਸ਼ਕਤੀ ਹਰੀ ਨੇ ਬੰਨ੍ਹ ਕੇ ਸਥਿਤ ਕੀਤੀ ਹੈ। ਧਰਮ ਦੀ ਕਲਾ ਜੋ ਹਰੀ ਆ ਉਸੇ ਦੀ ਮੂਰਤੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿਅਕਤੀ ਬੰਨ੍ਹ ਕੇ ਸਥਿਤ ਕੀਤੀ ਹੈ। ਮਨ ਚਿੰਦਿਆ ਸਤਿਗੁਰੂ ਦੇਵਾਇਆ, ਭਏ ਅਚਿੰਤ ਏਕ ਲਿਵ ਲਾਇਆ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਨੇ ਬਾਬਾ ਬੁੱਢਾ ਜੀ ਪਾਸੋਂ ਮਾਤਾ ਗੰਗਾ ਜੀ ਨੂੰ ਮਨ ਇੱਛਤ ਫਲ ਦਿਵਾਇਆ। ਹੁਣ ਚਿੰਤਾ ਤੋਂ ਰਹਿਤ ਹੋ ਕੇ ਇੱਕ ਪਰਮਾਤਮਾ ਵਿੱਚ ਲਿਵ ਨੂੰ ਲਗਾਇਆ। ਜਿਉਂ ਬਾਲਕ ਪਿਤਾ ਉਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ। ਜਿਵੇਂ ਬੱਚਾ ਆਪਣੇ ਪਿਤਾ ਦੇ ਉੱਪਰ ਬਹੁਤ ਮਾਣ ਕਰਦਾ, ਉਹ ਮੇਰੇ ਪਿਤਾ ਜੀ ਆ, ਉਹ ਬੜੇ ਮਾਣ ਨਾਲ ਬੋਲਦਾ। ਤਿਵੇਂ ਕਹਿੰਦੇ ਮੈਂ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਉੱਤੇ ਬਹੁਤ ਮਾਣ ਰੱਖਦਾ, ਗੁਰਾਂ ਦੇ ਭਾਣੀ ਅਨੁਸਾਰ ਉਹਨਾਂ ਦਾ ਬੁਲਾਇਆ ਹੋਏ ਬੋਲਦਾ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਗੱਲ ਕੋਈ ਲੁਕੀ ਛਿਪੀ ਨਹੀਂ ਹੈ। ਧੰਨ ਗੁਰੂ ਰਾਮਦਾਸ ਸਾਹਿਬ ਨੇ ਤੁਠਾ ਪ੍ਰਸੰਨ ਹੋ ਕੇ ਪੁੱਤਰ ਦੀ ਦਾਤ ਦੇਣਾ ਕੀਤੀ ਹੈ। ਹੁਣ ਆਏਗਾ ਬ੍ਰਹਮ ਗਿਆਨ ਰੂਪੀ ਪੁੱਤਰ ਅੰਤਰੀਵ ਅਰਥ। ਦੂਜੇ ਭਾਵ 'ਚ ਕਹਿੰਦੇ ਨੇ ਜਿਗਿਆਸੂ ਮਹਾਤਮਾ ਦੇ ਵਿਚਾਰ ਦੁਆਰਾ ਗੁਰੂ ਮਹਾਰਾਜ ਕਥਨ ਕਰਦੇ ਹਨ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਜਿਹੜਾ ਅੰਤਰੀਵ ਭਾਵ ਅਰਥ ਹੈ, ਇਹ ਆਪਾਂ ਹੁਣ ਸ਼ਾਮ ਦੀ ਕਥਾ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਸ਼ਰਵਣ ਕਰਾਂਗੇ। ਜਿਸ ਪ੍ਰਕਾਰ ਮਹਾਰਾਜ ਨੇ ਕਿਰਪਾ ਕੀਤੀ ਹੈ, ਸਤਿਗੁਰੂ ਆਪ ਹੀ ਕਥਾ ਕਰਾਉਣ ਵਾਲੇ ਹੈ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ। ਸੋ ਇਸ ਪ੍ਰਕਾਰ ਆਪਾਂ ਸਾਰੀਆਂ ਪੰਕਤੀਆਂ ਦੇ ਜਿਹੜੇ ਅਰਥ ਨੇ ਉਹ ਬੇਸਿਕ ਰੂਪ ਦੇ ਵਿੱਚ ਸ਼ਰਵਣ ਕਰਦੇ ਹਾਂ, ਤਾਂ ਇਹਦੇ ਤੋਂ ਅੱਗੇ ਸਾਰੀ ਕਥਾ ਬਣਦੀ। ਫਿਰ ਇੱਕ ਸ਼ਬਦ ਦਾ ਵਿਆਖਿਆ ਭਾਵੇਂ ਆਪਾਂ ਕਈ ਵਾਰ ਤਾਂ ਅਸੀਂ ਇੱਕ ਪੰਕਤੀ ਦੀ ਵਿਆਖਿਆ ਹੀ 2-2 ਘੰਟੇ ਹੋ ਜਾਂਦੀ ਹੈ, ਪਰ ਵਿਆਖਿਆ ਵਾਲੇ ਪਾਸੇ ਇਸ ਕਰਕੇ ਨਹੀਂ ਚੱਲੇ ਕਿਉਂਕਿ ਕਥਾ ਦਾ ਰੂਪ ਬਹੁਤ ਵੱਡਾ ਵੱਧ ਜਾਣਾ, ਬਾਅਦ ਵਿੱਚ ਵਿਆਖਿਆ ਹੋ ਸਕਦੀ ਹੈ। ਪਰ ਹੁਣ ਲੜੀਵਾਰ ਕਥਾ ਵਿੱਚ ਆਪਾਂ ਬੜੇ ਆਨੰਦ ਦੇ ਨਾਲ ਸੋ ਮੂਲ ਰੂਪ ਦੇ ਵਿੱਚ ਅਰਥ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਇਹ ਇੰਨਾ ਆਨੰਦ ਆਵੇਗਾ ਬਾਅਦ ਵਿੱਚ। ਜਿਨ੍ਹਾਂ ਨੇ ਸਹਿਜ ਪਾਠ ਵੀ ਕਰਨਾ, ਕਥਾ ਸਹਿਜ ਪਾਠ ਵੀ ਹੋ ਸਕਦਾ ਬਾਅਦ ਦੇ ਵਿੱਚ, ਔਰ ਸੰਥਿਆ ਵੀ ਨਾਲ ਨਾਲ ਹੋ ਸਕਦੀ ਆ। ਬਹਿ ਕੇ ਕਿਤੇ ਪੜ੍ਹੇ ਤਾਂ ਅਰਥਾਂ ਦਾ ਗਿਆਨ ਵੀ ਹੋ ਸਕਦਾ, ਪੋਥੀ ਨਾਲ ਪ੍ਰਕਾਸ਼ ਕਰਕੇ। ਜੇ ਕਿਸੇ ਨੇ ਕਥਾਵਾਚਕ ਵੀ ਬਣਨਾ ਹੋਵੇ ਉਹ ਵੀ ਬਣ ਸਕਦਾ ਇਹਦੇ ਨਾਲ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਪਾਵਨ ਪਵਿੱਤਰ ਉਪਦੇਸ਼ ਦੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।